ਸਵਾਗਤ ਹੈ ਜੀ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਪੱਖੇ ਦੀ ਆਵਾਜ਼ ਥੋੜ੍ਹੀ ਆਏਗੀ, ਉਸ ਨੂੰ ਬਰਦਾਸ਼ਤ ਕਰ ਲੈਣਾ, ਗਰਮੀ ਜ਼ਿਆਦਾ। ਦੂਸਰੀ ਗੱਲ, ਆਪਾਂ ਪ੍ਰਸ਼ਨ ਤੋਂ ਪ੍ਰਸ਼ਨ ਥੋੜ੍ਹਾ ਸਮਾਂ ਹੀ ਰੱਖਾਂਗੇ, 4-5 ਸੈਕਿੰਡ। ਜ਼ਿਆਦਾ ਸਮਾਂ ਲੱਗੇ ਸੋਚਣ ਲਈ ਤਾਂ ਤੁਸੀਂ ਆਪ ਹੀ ਵੀਡੀਓ ਨੂੰ ਰੋਕ ਲਿਆ ਕਰਨਾ, ਨਹੀਂ ਫਿਰ ਵੀਡੀਓ ਜ਼ਿਆਦਾ ਲੰਮੀ ਹੋ ਜਾਂਦੀ ਹੈ। ਇਸੇ ਕਰਕੇ ਆਪਾਂ ਰਾਜਨੀਤੀ ਦੇ 75 ਸਵਾਲ ਅਗਲੀ ਵੀਡੀਓ ਵਿੱਚ ਕਰਾਂਗੇ। ਇਹ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਅਤੇ ਬੜੇ ਬਰੀਕੀ ਵਿੱਚ ਛਾਣਬੀਣ ਕਰਕੇ ਇਹ ਪ੍ਰਸ਼ਨ ਜਿਹੜੇ ਤੁਹਾਡੇ ਲਈ ਤਿਆਰ ਕੀਤੇ ਗਏ ਆ। ਇਸੇ ਤਰ੍ਹਾਂ ਦਾ ਹੀ ਪੇਪਰ ਆਵੇਗਾ। ਬਹੁਤ ਸਾਰੇ ਵਿਸ਼ੇ ਆ ਜਿਹੜੇ ਤੁਹਾਡੇ ਲੈ ਲਏ ਗਏ ਇਹਨਾਂ ਪ੍ਰਸ਼ਨਾਂ ਦੇ ਵਿੱਚ, ਅਤੇ ਇਸੇ ਤਰ੍ਹਾਂ ਦਾ ਹੀ ਪੇਪਰ ਆਏਗਾ ਤੁਹਾਨੂੰ। ਠੀਕ ਹੈ, ਤਾਂ ਉੱਤਰ ਆਪਣੇ ਜ਼ਰੂਰ ਦੇਖਣਾ ਕਿੰਨੇ ਠੀਕ ਆ, ਕਮੈਂਟ ਵਿੱਚ ਦੱਸ ਵੀ ਦੇਣਾ, ਆਪਾਂ ਅੰਦਾਜ਼ਾ ਜਿਹਾ ਲਗਾਵਾਂਗੇ। ਫਿਰ ਆਪਣਾ ਜੋ ਪਹਿਲਾ ਪ੍ਰਸ਼ਨ ਆ, ਅਲਾਈ ਦਰਵਾਜ਼ਾ ਕਿੱਥੇ ਸਥਿਤ ਹੈ? ਤੁਹਾਡੀਆਂ ਆਪਸ਼ਨਾਂ ਪਾਕਿਸਤਾਨ, ਕਸ਼ਮੀਰ, ਨਵੀਂ ਦਿੱਲੀ ਅਤੇ ਉੱਤਰ ਪ੍ਰਦੇਸ਼। ਦੇਖਣਾ ਇਸ ਦਾ ਉੱਤਰ ਕੀ ਆਵੇਗਾ। ਇਸ ਦਾ ਉੱਤਰ ਹੈ ਜੋ ਸਹੀ, ਹਾਂਜੀ, ਨਵੀਂ ਦਿੱਲੀ। ਨਵੀਂ ਦਿੱਲੀ ਦੇ ਵਿੱਚ ਆ ਅਲਾਈ ਦਰਵਾਜ਼ਾ। ਆਪਣਾ ਲਿਖ ਲੈਣਾ ਨਾਲ, ਜਾਂ ਵੈਸੇ ਯਾਦ ਰੱਖੋਗੇ ਤਾਂ ਭੁੱਲ ਜਾਓਗੇ ਕਿੰਨੇ ਪ੍ਰਸ਼ਨ ਠੀਕ ਹੈ। ਆਪਾਂ ਬਸ ਇਸੇ ਚੀਜ਼ ਨੂੰ ਹੀ ਦੇਖਣਾ ਕਿ ਤੁਹਾਡੇ ਪ੍ਰਸ਼ਨ ਕਿੰਨੇ ਠੀਕ ਜਾਂਦੇ ਆ। ਅਤੇ ਜਿਹੜੇ ਬਾਕੀ ਪੋਲੀਟੀਕਲ ਦੇ, ਰਾਜਨੀਤੀ ਦੇ, ਇਤਿਹਾਸ ਦੇ, ਪੰਜਾਬ ਹਿਸਟਰੀ ਦੇ ਆਪਾਂ ਪ੍ਰਸ਼ਨ ਕੀਤੇ ਹੋਏ ਆ, ਟੈਸਟ ਲਏ ਹੋਏ ਆ, ਉਹਨਾਂ ਸਾਰੀਆਂ ਵੀਡੀਓ ਦਾ ਲਿੰਕ ਆ ਜਿਹੜਾ ਯਾਦ ਰੱਖਣਾ, ਇਸ ਵੀਡੀਓ ਦੇ ਨੀਚੇ ਮੈਂ ਤੁਹਾਨੂੰ ਦਿੱਤਾ ਹੋਇਆ ਲਿੰਕ ਵਾਲਾ। ਉਹ ਤੋਂ ਤੁਸੀਂ ਉਹ ਸਾਰੇ ਹੀ 40-45 ਟੈਸਟ ਛੋਟੇ ਆ, ਅਤੇ ਬਾਕੀ ਵੀਡੀਓ ਆ ਪੰਜਾਬ ਦੇ ਇਤਿਹਾਸ ਦੀ, ਇੱਕ ਵੱਡੀ ਵੀਡੀਓ ਆ ਪੌਣੇ 3 ਘੰਟਿਆਂ ਦੀ। ਉਸ ਤੋਂ ਕੋਈ ਵੀ ਪ੍ਰਸ਼ਨ ਤੁਹਾਨੂੰ ਪੰਜਾਬ ਦੇ ਇਤਿਹਾਸ ਦਾ ਬਾਹਰ ਨਹੀਂ ਆਏਗਾ। ਜਹਾਂਗੀਰ ਦੀ ਮੌਤ ਕਦੋਂ ਹੋਈ? ਦੇਖਣਾ ਕਦੋਂ ਹੋਈ ਸੀ ਮੌਤ। 1522 ਈਸਵੀ ਦੇ ਵਿੱਚ, 1627 ਈਸਵੀ ਦੇ ਵਿੱਚ, 1607 ਦੇ ਵਿੱਚ, ਜਾਂ ਫਿਰ 1630 ਦੇ ਵਿੱਚ ਜਹਾਂਗੀਰ ਦੀ ਮੌਤ। ਜਹਾਂਗੀਰ ਦੀ ਮੌਤ ਇਹ ਮੌਤ ਹੋਈ 1627 ਦੇ ਵਿੱਚ, ਰਾਜੌਰੀ। ਮੈਸੂਰ ਦਾ ਟਾਈਗਰ ਕਿਸ ਨੂੰ ਕਿਹਾ ਜਾਂਦਾ ਹੈ? ਹੈਦਰ ਅਲੀ ਨੂੰ, ਟੀਪੂ ਸੁਲਤਾਨ ਨੂੰ, ਧਰਮਰਾਜਾ ਨੂੰ, ਜਾਂ ਫਿਰ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ। ਇਹ ਪ੍ਰਸ਼ਨ ਤੁਹਾਨੂੰ ਆਉਂਦਾ ਹੋਵੇਗਾ। ਬੜੀ ਬਰੀਕੀ ਦੇ ਨਾਲ ਨਾ ਯਾਦ ਕਰੀਦਾ ਇਤਿਹਾਸ ਨੂੰ, ਉਹਦੀਆਂ ਘਟਨਾਵਾਂ ਨੂੰ ਅੱਜ ਦੇ ਸਮੇਂ ਨਾਲ ਮਿਲਾਉਣਾ ਪੈਂਦਾ, ਕੀ ਵਾਪਰਿਆ, ਸਭ ਕੁਝ ਕੜੀਆਂ ਜੋੜਨੀਆਂ ਪੈਂਦੀਆਂ ਅੱਗੇ ਦੀ ਅੱਗੇ। ਇਹ ਕਿਹਾ ਜਾਂਦਾ ਹੈ ਟੀਪੂ ਸੁਲਤਾਨ ਨੂੰ। 1799 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ। ਇਹ ਸਮਾਂ ਪੁੱਛਿਆ ਜਾਂਦਾ 1799 ਵਾਲਾ, ਯਾਦ ਰੱਖਣਾ। ਅੱਗੇ ਹੈ, ਭਾਰਤ ਵਿੱਚ ਸਮੁੰਦਰ ਰਾਜ ਤੇ ਯੂਰਪ ਤੋਂ ਆਉਣ ਵਾਲੇ ਪਹਿਲੇ ਯਾਤਰੀ ਕੌਣ ਸਨ? ਡੱਚ, ਫਰਾਂਸੀਸੀ, ਪੁਰਤਗਾਲੀ, ਜਾਂ ਫਿਰ ਅੰਗਰੇਜ਼। ਇਹ ਵੀ ਤੁਸੀਂ ਜਾਣਦੇ ਹੋ ਉੱਤਰ ਇਸ ਦਾ। ਭਾਰਤ ਵਿੱਚ ਸਮੁੰਦਰ ਦੇ ਰਸਤੇ ਸਭ ਤੋਂ ਪਹਿਲਾਂ ਆਏ ਸੀ ਪੁਰਤਗਾਲੀ। 1498 ਦੇ ਵਿੱਚ ਆਇਆ ਸੀ ਪਹਿਲਾ ਪੁਰਤਗਾਲੀ। ਸਿਰਾਜ ਉਦ ਦੌਲਾ ਕਿੱਥੋਂ ਦਾ ਸ਼ਾਸਕ ਸੀ? ਦਿੱਲੀ, ਬਿਹਾਰ, ਉੜੀਸਾ, ਬੰਗਾਲ। ਸਿਰਾਜ ਉਦ ਦੌਲਾ। ਦੇਖਣਾ ਕਿੱਥੋਂ ਦਾ ਸ਼ਾਸਕ ਸੀ ਸਿਰਾਜ ਉਦ ਦੌਲਾ। ਸਿਰਾਜੁਦੌਲਾ ਬੰਗਾਲ ਦਾ ਸ਼ਾਸਕ ਸੀ। ਅਗਲਾ ਪ੍ਰਸ਼ਨ ਆਪਣਾ, ਭਾਰਤ ਦਾ ਪਹਿਲਾ ਰਾਜਾ ਕਿਸ ਨੂੰ ਮੰਨਿਆ ਜਾਂਦਾ ਹੈ? ਅਸ਼ੋਕ ਨੂੰ, ਕੁਤਬਦੀਨ ਐਬਕ ਨੂੰ, ਸਮੁੰਦਰਗੁਪਤ ਨੂੰ, ਜਾਂ ਫਿਰ ਚੰਦਰਗੁਪਤ ਮੌਰੀਆ ਨੂੰ। ਦੇਖਣਾ ਇਸ ਦਾ ਉੱਤਰ। ਇਹ ਕਿਹਾ ਜਾਂਦਾ ਹੈ ਪਹਿਲਾ ਰਾਜਾ ਚੰਦਰਗੁਪਤ ਮੌਰੀਆ। ਅਗਲਾ ਪ੍ਰਸ਼ਨ ਆਪਣਾ, ਭਾਰਤ ਵਿੱਚ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲਾ ਰਾਜਵੰਸ਼ ਕਿਹੜਾ ਹੈ? ਅਫਗਾਨ ਵੰਸ਼, ਮੁਗਲ ਵੰਸ਼, ਚੌਲ ਵੰਸ਼, ਜਾਂ ਫਿਰ ਖਿਲਜੀ ਵੰਸ਼।
ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲਾ। ਇਸ ਦਾ ਸਹੀ ਉੱਤਰ ਹੈ ਚੌਲ ਵੰਸ਼। 1857 ਦਾ ਵਿਦਰੋਹ ਸਮੇਂ ਕਿਸ ਬਟਾਲੀਅਨ ਤੋਂ ਵਿਦਰੋਹ ਦੀ ਸ਼ੁਰੂਆਤ ਹੋਈ ਸੀ? ਇਹ ਪ੍ਰਸ਼ਨ ਠੀਕ ਨਹੀਂ ਹੈ ਜੀ। ਅਗਲਾ ਪ੍ਰਸ਼ਨ ਕਰਦੇ ਆਪਾਂ। 1857 ਦੇ ਵਿਦਰੋਹ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਦੇਖਣਾ ਇਸ ਦਾ ਉੱਤਰ। ਪ੍ਰਧਾਨ ਮੰਤਰੀ ਕੌਣ ਸੀ ਇੰਗਲੈਂਡ ਦਾ ਇਸ ਵਿਦਰੋਹ ਦੇ ਸਮੇਂ? ਇਸ ਪ੍ਰਸ਼ਨ ਦਾ ਉੱਤਰ ਆਪਣਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਪਾਰਮਸਟੇਨ ਸੀ। ਆੜਾ ਉੱਤਰ ਹੈ ਇਸ ਦਾ 1857 ਦੇ ਵਿਦਰੋਹ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ। ਇੱਕ ਜਾਂ ਕਿੰਗ ਜਾਂ ਕਵੀਨ ਪੁੱਛਦੇ ਹੁੰਦੇ ਆ, ਕੌਣ ਸੀ? ਇੱਕ ਪ੍ਰਧਾਨ ਮੰਤਰੀ। ਇੱਕ ਆਜ਼ਾਦੀ ਸਮੇਂ ਪੁੱਛਿਆ ਜਾਂਦਾ ਹੁੰਦਾ, ਠੀਕ ਹੈ। ਇੱਕ ਪਹਿਲੇ ਵਿਸ਼ਵ ਯੁੱਧ ਸਮੇਂ, ਦੂਜੇ ਵਿਸ਼ਵ ਯੁੱਧ ਸਮੇਂ ਕੌਣ ਸੀ? ਜਾਂ ਫਿਰ ਜਦੋਂ ਪੰਜਾਬ ਨੂੰ ਮਿਲਾਇਆ ਗਿਆ ਉਦੋਂ ਕੌਣ ਸੀ? ਕਿੰਗ ਕੌਣ ਸੀ, ਕਵੀਨ ਕੌਣ ਸੀ, ਜਾਂ ਫਿਰ ਪ੍ਰਧਾਨ ਮੰਤਰੀ ਕੌਣ ਸੀ? ਪਾਰਮਸਟੇਨ ਸੀ। ਤੇ ਬਾਕੀ ਵੀ ਕੁਝ ਨਾ ਕੁਝ ਸੀ, ਠੀਕ ਹੈ। ਲਾਰਡ ਕੈਨਿੰਗ, ਲਾਰਡ ਡਲਹੌਜੀ, ਚਰਚਿਲ, ਇਹ ਵੀ ਕੁਝ ਨਾ ਕੁਝ ਸੀ। ਇਹਨਾਂ ਦਾ ਵੀ ਪਤਾ ਹੋਵੇ ਬਾਕੀ ਆਪਸ਼ਨਾਂ ਦਾ। ਇਹ ਕਦੋਂ ਸੀ, ਕੌਣ ਸੀ, ਕਿੱਥੇ ਸੀ? ਅਗਲਾ ਪ੍ਰਸ਼ਨ ਆਪਣਾ, ਦਾ ਫਸਟ ਇੰਡੀਅਨ ਵਾਰ ਆਫ ਇੰਡੀਪੈਂਡੈਂਸ ਪੁਸਤਕ ਦਾ ਲੇਖਕ ਕੌਣ ਹੈ? ਆਰ.ਸੀ. ਮਜੂਮਦਾਰ, ਐਸ.ਐਨ. ਸੇਨ, ਕਾਰਲ ਮਾਰਕਸ, ਸੈयद ਅਹਿਮਦ ਖਾਨ। ਦੇਖਾਂ ਇਹ ਕਿਤਾਬ ਕਿਸ ਨੇ ਲਿਖੀ ਹੈ? ਆਪਣਾ 10 ਨੰਬਰ ਸਵਾਲ ਦਾ ਉੱਤਰ, ਇਹ ਕਿਤਾਬ ਲਿਖੀ ਸੀ ਕਾਰਲ ਮਾਰਕਸ ਨੇ। ਜੋ ਆਪਾਂ ਸਮਾਜਵਾਦ ਕਰਦੇ ਹਾਂ, ਕਾਰਲ ਮਾਰਕਸ। ਮਾਰਕਸਵਾਦ ਸਾਹਿਤ ਦੇ ਵਿੱਚ ਵੀ ਆ ਜਾਂਦਾ, ਪੰਜਾਬੀ ਦੀ ਤਿਆਰੀ ਕਰ ਰਹੇ ਹੋ ਤਾਂ। ਇੱਕ ਜੋ ਆਪਾਂ ਇਹ ਕੀਤਾ ਇੰਗਲੈਂਡ ਵਾਲਾ, ਪਾਰਮਸਟੇਨ, ਇਹ ਪੰਜਾਬੀ 'ਚ ਇਸ ਤਰ੍ਹਾਂ ਲਿਖਿਆ ਹੋਇਆ, ਅੰਗਰੇਜ਼ੀ ਦੇ ਵਿੱਚ ਲਾਰਡ ਪਾਮਰਸਟਨ ਬੋਲਦੇ ਆ ਉਸਨੂੰ ਸ਼ਾਇਦ। ਵਿਦਰੋਹ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ। ਅੱਗੇ ਹੈ 11 ਨੰਬਰ ਸਵਾਲ, ਮੰਗਲ ਪਾਂਡੇ ਕਿਸ ਬਟਾਲੀਅਨ ਨਾਲ ਸੰਬੰਧਿਤ ਸੀ? 24ਵੀਂ BNI, 30ਵੀਂ, 34ਵੀਂ ਜਾਂ ਫਿਰ 36ਵੀਂ? ਇਸ ਦਾ ਸਹੀ ਉੱਤਰ ਹੈ ਉੱਤਰ ਨੰਬਰ 34ਵੀਂ ਬਟਾਲੀਅਨ ਨਾਲ ਸੰਬੰਧਿਤ ਸੀ ਮੰਗਲ ਪਾਂਡੇ। ਇਸੇ ਤੋਂ ਹੀ ਜਿਹੜਾ ਮੈਨੂੰ ਲੱਗਦਾ ਕਿ ਵਿਦਰੋਹ ਦੀ ਸ਼ੁਰੂਆਤ ਹੋਈ ਸੀ, ਕਿਉਂਕਿ ਪਿੱਛੇ ਆਪਾਂ ਪ੍ਰਸ਼ਨ ਛੱਡ ਕੇ ਆਉਂਦਾ ਇੱਕ ਵੀ ਇਹ ਠੀਕ ਨਹੀਂ, 8 ਨੰਬਰ ਪ੍ਰਸ਼ਨ ਸੀ। ਅਗਲਾ ਪ੍ਰਸ਼ਨ ਦੇਖੋ 12 ਨੰਬਰ, ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਸਮੇਂ ਕਿੰਨੇ ਪ੍ਰਤੀਨਿਧੀ ਮੌਜੂਦ ਸਨ? ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਸਮੇਂ ਕਿੰਨੇ ਪ੍ਰਤੀਨਿਧੀ ਮੌਜੂਦ ਸਨ? 72, 576, 70 ਜਾਂ ਫਿਰ 107? ਇਸ ਦਾ ਸਹੀ ਉੱਤਰ ਆਪਣਾ 72 ਪ੍ਰਤੀਨਿਧੀ ਸੀ ਜਦੋਂ ਆਪਣਾ ਕਾਂਗਰਸ ਦੀ ਸਥਾਪਨਾ ਹੋਈ ਹੈ। ਕਾਂਗਰਸ ਨਰਮ ਤੇ ਗਰਮ ਦਲ ਵਿੱਚ ਕਿਹੜੇ ਸਾਲ ਵੰਡੀ ਗਈ ਸੀ?
1898 ਦੇ ਵਿੱਚ, 1901 ਦੇ ਵਿੱਚ, 1908 ਦੇ ਵਿੱਚ ਜਾਂ ਫਿਰ 1907 ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨਰਮ ਤੇ ਗਰਮ ਦਲ ਵਿੱਚ ਕਿਹੜੇ ਸਾਲ ਵੰਡੀ ਗਈ? ਦੇਖਣਾ इसका सही उत्तर। इसका सही उत्तर अपना 1907 ਦੇ ਵਿੱਚ ਵੰਡੀ ਗਈ ਕਾਂਗਰਸ ਨਰਮ ਤੇ ਗਰਮ ਦਲ ਦੇ ਵਿੱਚ। ਅਗਲਾ ਹੈ ਕਾਂਗਰਸ ਦਾ ਪਹਿਲਾ ਸੰਮੇਲਨ ਅਧਿਵੇਸ਼ਨ ਕਦੋਂ ਹੋਇਆ ਸੀ? 1905, 1907, 1885 ਦੇ ਵਿੱਚ, 1899 ਦੇ ਵਿੱਚ। ਇਸ ਦਾ ਸਹੀ ਉੱਤਰ ਆਪਣਾ ਕਾਂਗਰਸ ਦਾ ਜੋ ਪਹਿਲਾ ਸੰਮੇਲਨ ਹੋਇਆ ਸੀ, ਜਦੋਂ ਆਪਾਂ ਕੀਤਾ ਕਿ 72 ਜਣੇ ਸੀ ਉਹਦੇ ਵਿੱਚ ਪ੍ਰਤੀਨਿਧੀ, ਤਾਂ ਇਹ ਸਮਾਂ ਸਹੀ ਉੱਤਰ ਆਪਣਾ 1885 ਦੇ ਵਿੱਚ। ਗਦਰ ਪਾਰਟੀ ਦਾ ਨਿਰਮਾਣ ਕਿਹੜੇ ਸਾਲ ਹੋਇਆ? 1907, 1913, 1923 ਜਾਂ 1931 ਦੇ ਵਿੱਚ ਹੋਇਆ। ਗਦਰ ਪਾਰਟੀ ਦਾ ਨਿਰਮਾਣ ਕਿਹੜੇ ਸਾਲ ਹੋਇਆ ਸੀ? ਤੁਹਾਡੇ ਘੱਟੋ ਘੱਟ 60 ਤੋਂ ਉੱਪਰ 65 ਤੋਂ ਉੱਪਰ ਪ੍ਰਸ਼ਨ ਠੀਕ ਹੋਣੇ ਚਾਹੀਦੇ ਆ। ਫਿਰ ਤੁਸੀਂ ਕਹਿਣਾ ਕਿ ਆਪਣੀ ਤਿਆਰੀ ਜਿਹੜੀ ਵਧੀਆ। ਜੇਕਰ 65 ਤੋਂ ਉੱਪਰ ਆਉਂਦੇ ਆ ਫਿਰ ਤੁਸੀਂ ਪੂਰੀ ਫੁੱਲ ਤਿਆਰੀ ਪੂਰੇ ਜ਼ੋਰਾਂ ਨਾਲ ਤਿਆਰੀ ਸ਼ੁਰੂ ਕਰ ਲੈਣਾ, ਕਿਉਂਕਿ ਤੁਹਾਡਾ ਨੰਬਰ ਫਿਰ ਲਗਭਗ ਤੁਹਾਡੀ ਤਿਆਰੀ ਪੂਰੀ ਹੈ ਅਤੇ ਤੁਹਾਡਾ ਸਥਾਨ ਹੈ ਜਿਹੜਾ ਉਹ ਬਣਦਾ। ਇਸ ਕਰਕੇ ਤੁਹਾਨੂੰ ਜ਼ਿਆਦਾ ਤਿਆਰੀ ਦੀ ਜ਼ਰੂਰਤ ਪਏਗੀ, ਕਿਉਂਕਿ ਜ਼ਿਆਦਾ ਸਿਖਰ ਤੋਂ ਡਿੱਗਣ 'ਤੇ ਵੀ ਫਿਰ ਜ਼ਿਆਦਾ ਤਕਲੀਫ ਹੁੰਦੀ ਹੈ। ਇੱਕ ਅੱਧੇ ਨੰਬਰ ਨਾਲ ਜਦੋਂ ਕੋਈ ਰਹਿ ਜਾਂਦਾ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜ਼ਿਆਦਾ ਨੰਬਰ ਆ ਜਾਣ ਤਾਂ ਫਿਰ ਆਪਣੀ ਤਿਆਰੀ ਘੱਟ ਕਰ ਲੈਣੀ ਚਾਹੀਦੀ ਹੈ, ਫਿਰ ਵਧਾ ਦੇਣੀ ਚਾਹੀਦੀ ਹੈ। ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਹਾਂ ਨੰਬਰ ਆਇਆ ਹੀ ਪਿਆ ਆਪਣਾ। ਇਸ ਕਰਕੇ ਹੁਣ ਹੋਰ ਜ਼ੋਰ ਲਾ ਲਈਏ, 2-2.5 ਮਹੀਨੇ ਜਿਹੜੇ ਲੱਗਣਾ। ਕਈ ਵਾਰੀ ਘੱਟ ਨੰਬਰ ਜਿਹਦੇ ਆਉਂਦੇ ਉਹ ਜ਼ਿਆਦਾ ਤਿਆਰੀ ਕਰਨ ਲੱਗ ਜਾਂਦਾ, ਵੱਧ ਵਾਲਾ। ਇਸ ਦਾ ਸਹੀ ਉੱਤਰ 1913 ਦੇ ਵਿੱਚ। ਗਦਰ ਪਾਰਟੀ ਵਿੱਚ ਜ਼ਿਆਦਾਤਰ ਲੋਕ ਕਿਹੜੇ ਪ੍ਰਾਂਤ ਤੋਂ ਸੀ? ਗਦਰ ਪਾਰਟੀ ਦੇ ਵਿੱਚ ਪੱਛਮੀ ਬੰਗਾਲ ਤੋਂ ਸੀ, ਕਲਕੱਤਾ, ਪੰਜਾਬ ਜਾਂ ਫਿਰ ਮਹਾਰਾਸ਼ਟਰ ਤੋਂ ਸੀ ਜ਼ਿਆਦਾ ਬੰਦੇ। ਕਾਂਗਰਸ ਦਾ ਆਪਾਂ ਉੱਪਰ ਪ੍ਰਸ਼ਨ ਕੀਤਾ, ਜਿਹੜਾ ਕਾਂਗਰਸ ਦਾ ਪਹਿਲਾ ਸੰਮੇਲਨ ਹੋਇਆ ਸੀ ਉਹਦੇ ਵਿੱਚ 72 ਜਣੇ ਸੀਗੇ, ਠੀਕ ਹੈ। 1885 ਦੇ ਵਿੱਚ ਬੰਬਈ ਹੋਇਆ ਸੀ, ਇਹ ਵੀ ਧਿਆਨ 'ਚ ਰੱਖ ਲੈਣਾ। ਇਹ ਪ੍ਰਸ਼ਨ ਪੁੱਛਿਆ ਜਾਂਦਾ ਕਿੱਥੇ ਹੋਇਆ ਸੀ। ਗਦਰ ਪਾਰਟੀ ਵਿੱਚ ਜ਼ਿਆਦਾਤਰ ਲੋਕ ਸੀ ਜਿਹੜੇ, ਇਸ ਦਾ ਸਹੀ ਉੱਤਰ ਆਪਾਂ ਕਰ ਰਹੇ ਹਾਂ ਪੰਜਾਬ ਤੋਂ ਸੀ। ਜ਼ਿਆਦਾਤਰ ਪੰਜਾਬੀ ਬੰਦੇ ਸੀ ਇਸ ਗਦਰ ਪਾਰਟੀ ਦੇ ਵਿੱਚ। ਜਲਿਆਂਵਾਲਾ ਹੱਤਿਆਕਾਂਡ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਡੇਵਿਡ ਲੋਇਡ ਜਾਰਜ ਪੰਜਵਾਂ, ਸਰ ਰੌਬਰਟ ਵਾਲਪੋਲ ਜਾਂ ਫਿਰ ਹੈਨਰੀ ਜੌਨ ਟੈਂਪਲ। ਜਲਿਆਂਵਾਲਾ ਬਾਗ ਹੱਤਿਆਕਾਂਡ ਸਮੇਂ ਇੰਗਲੈਂਡ ਦਾ, ਬ੍ਰਿਟੇਨ ਦਾ ਪ੍ਰਧਾਨ ਮੰਤਰੀ ਕੌਣ ਸੀ? UK, ਇੰਗਲੈਂਡ, ਬ੍ਰਿਟੇਨ, ਇਸ ਸਮੇਂ ਦੇ ਨਾਲ ਨਾਲ ਜਿਹੜੇ ਇਹ ਨਾਮ ਬਦਲੇ। ਦਾ ਗ੍ਰੇਟ ਬ੍ਰਿਟੇਨ, ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ 1919 ਦੇ ਵਿੱਚ ਡੇਵਿਡ ਲੋਇਡ ਜਾਰਜ। ਯਾਦ ਰੱਖਣਾ, ਡੇਵਿਡ ਲੋਇਡ ਜਾਰਜ 1919 ਦੇ ਸਮੇਂ। ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਕਦੋਂ ਸ਼ੁਰੂ ਕੀਤਾ ਸੀ? 12 ਮਾਰਚ 1930, 6 ਅਪ੍ਰੈਲ 1930, 23 ਮਾਰਚ 1931 ਜਾਂ ਫਿਰ 23 ਅਪ੍ਰੈਲ 1928। ਇਸ 'ਤੇ ਤੁਹਾਨੂੰ ਸਮਾਂ ਲੱਗੇਗਾ, ਵੀਡੀਓ ਨੂੰ ਰੋਕ ਲੈਣਾ ਥੋੜ੍ਹਾ ਜਿਹਾ। ਤਰੀਕਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਔਖੀਆਂ ਯਾਦ ਆਉਂਦੀਆਂ। 24 ਦਿਨਾਂ ਦਾ ਸਮਾਂ ਲਗਾਇਆ ਸੀ ਇਹਨਾਂ ਨੇ ਆਪਣੇ ਉੱਤੇ ਪਹੁੰਚਣ ਦੇ ਵਿੱਚ। ਪੈਦਲ ਯਾਤਰਾ ਸ਼ੁਰੂ ਕੀਤੀ ਸੀ ਮਹਾਤਮਾ ਗਾਂਧੀ ਨੇ। ਨਮਕ ਅੰਦੋਲਨ ਦੇ ਨਾਲ ਸੰਬੰਧਿਤ ਹੈ ਇਹ। ਇੱਕ ਆਉਂਦਾ ਹੁੰਦਾ ਪ੍ਰਸ਼ਨ ਸ਼ੁਰੂ ਕਦੋਂ ਕੀਤਾ ਸੀ, ਇੱਕ ਹੁੰਦਾ ਕਿ ਪਹੁੰਚਿਆ ਕਦੋਂ ਸੀ ਉੱਥੇ। ਇਸ ਦਾ ਜੋ ਸਹੀ ਉੱਤਰ, ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਸ਼ੁਰੂ ਕੀਤਾ ਸੀ 12 ਮਾਰਚ 1930 ਤੋਂ। ਸਰਦਾਰ ਸ਼ਹੀਦ ਭਗਤ ਸਿੰਘ ਦਾ ਜਨਮ ਕਦੋਂ ਹੋਇਆ?
28 सितंबर 1807 ईस्वी, 28 सितंबर 1908 ईस्वी, 28 सितंबर 1907, 23 मार्च 1907। वीडियो ਨੂੰ रोक लेना तो ਜਿਹੜੇ प्रश्न गलत गए आ वो ध्यान ਵਿੱਚ रख लेना तो फिर उस विषय ਨੂੰ ਆ ਜਿਹੜਾ ਤੁਸੀਂ ना सर्च कर लेना। ਜਿਵੇਂ ਭਗਤ ਸਿੰਘ ਨਾਲ ਸੰਬੰਧਿਤ मान लो जे प्रश्न गलत गया तो ਭਗਤ ਸਿੰਘ ਦਾ ਜੀਵਨ ਤੁਸੀਂ गूगल ਦੇ ਉੱਪਰ ਜਾ ਕੇ सर्च कर लेना, ਉਸ ਨੂੰ ਪੜ੍ਹ ਲੈਣਾ ਚੰਗੀ ਤਰ੍ਹਾਂ। ਕਾਪੀਆਂ ਉੱਪਰ ਜਿਹੜੀਆਂ ਤਰੀਕਾਂ ਹੋਰ ਇਹਨਾਂ ਦੇ ਮਾਤਾ ਪਿਤਾ ਚਾਚਾ ਉਹ ਸਾਰੇ ਲਿਖ ਲੈਣਾ, ਫਿਰ ਤੁਹਾਡੇ ਯਾਦ ਰਹੇਗਾ। देखो इसका सही उत्तर की आएगा 28 सितंबर 1907 ਦੇ ਵਿੱਚ ਸਰਦਾਰ ਭਗਤ ਸਿੰਘ ਦਾ ਜਨਮ ਹੋਇਆ ਸੀ। ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਕਦੋਂ ਗ੍ਰਿਫਤਾਰ ਕੀਤਾ ਗਿਆ ਸੀ? ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਕਦੋਂ ਗ੍ਰਿਫਤਾਰ ਕੀਤਾ ਗਿਆ ਸੀ? 13 ਅਪ੍ਰੈਲ 1919, 10 ਅਪ੍ਰੈਲ 1919, 1942 ਦੇ ਵਿੱਚ, 1909 ਦੇ ਵਿੱਚ। ਇਹ ਯਾਦ ਰੱਖਣਾ ਜਲਿਆਂਵਾਲਾ ਬਾਗ ਹੱਤਿਆਕਾਂਡ ਤੋਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਇਹਦਾ ਜੋ ਸਹੀ ਉੱਤਰ ਆਵੇਗਾ 10 ਅਪ੍ਰੈਲ 1919 ਨੂੰ ਪਲਵਲ ਹਰਿਆਣਾ ਦੇ ਵਿੱਚ, ਪੁਰਾਣਾ ਪੰਜਾਬ ਹੀ ਸੀ ਉਦੋਂ ਆਪਣਾ, ਇਹ ਜਿਹੜਾ ਰੋਲਟ ਐਕਟ ਸੀ ਉਹਦੇ ਵਿਰੁੱਧ ਗ੍ਰਿਫਤਾਰ ਕੀਤਾ ਗਿਆ ਸੀ 10 ਅਪ੍ਰੈਲ 1919। ਅਤੇ ਇਹ ਸਮਾਂ ਸੀ ਜਦੋਂ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ। ਯਾਦ ਰਹੇਗਾ ਉਮੀਦ ਆ ਤੁਹਾਡੇ। ਅੱਗੇ ਹੈ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ? ਇਹ ਪ੍ਰਸ਼ਨ ਬੜੇ ਉਲਝਣ ਵਾਲੇ, ਇਹਨਾਂ ਨੂੰ ਧਿਆਨ ਨਾਲ ਕਰਨਾ। ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ? ਲਾਰਡ ਹੈਸਟਿੰਗ, ਲਾਰਡ ਕੈਨਿੰਗ, ਲਾਰਡ ਡਲਹੌਜੀ, ਵਾਰਨ ਹੈਸਟਿੰਗ। ਇੱਕ ਹੁੰਦਾ ਪਹਿਲਾ ਵਾਇਸਰਾਏ, ਫਿਰ ਆਖਰੀ ਵਾਇਸਰਾਏ, ਫਿਰ ਗਵਰਨਰ ਜਨਰਲ ਪਹਿਲਾ, ਫਿਰ ਬੰਗਾਲ ਦਾ ਪਹਿਲਾ, ਫਿਰ ਇੰਡੀਆ ਦਾ ਪਹਿਲਾ, ਫਿਰ ਭਾਰਤ ਦਾ ਆਖਰੀ, ਫਿਰ ਭਾਰਤ ਦਾ ਭਾਰਤੀ ਆਦਮੀ ਹੈ ਜਿਹੜਾ ਉਹ ਗਵਰਨਰ। ਇਸ 'ਤੇ ਤੁਹਾਨੂੰ ਸਮਾਂ ਲੱਗੇਗਾ। ਭਾਰਤ ਦਾ ਜੋ ਪਹਿਲਾ ਵਾਇਸਰਾਏ ਸੀ ਉਹ ਸੀ ਲਾਰਡ ਕੈਨਿੰਗ। ਅਗਲਾ ਪ੍ਰਸ਼ਨ, ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਲਾਰਡ ਕੈਨਿੰਗ। ਉੱਪਰਲੇ ਪ੍ਰਸ਼ਨ ਨਾਲੋਂ ਫਰਕ ਆ, ਉੱਪਰ ਸੀ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ, ਫਿਰ ਵਾਇਸਰਾਏ ਦਾ ਅਹੁਦਾ ਜਿਹੜਾ ਖਤਮ ਹੁੰਦਾ, ਫਿਰ ਗਵਰਨਰ ਜਨਰਲ ਵਾਲਾ ਅਹੁਦਾ ਚੱਲਦਾ। ਇੱਥੇ ਪੁੱਛਿਆ ਆਪਾਂ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਲਾਰਡ ਕੈਨਿੰਗ, ਵਾਰਨ ਹੈਸਟਿੰਗ, ਵਿਲੀਅਮ ਬੈਂਟਿੰਗ ਜਾਂ ਫਿਰ ਲਾਰਡ ਹੈਸਟਿੰਗ। ਭਾਰਤ ਦਾ ਜੋ ਪਹਿਲਾ ਗਵਰਨਰ ਜਨਰਲ ਬਣਾਇਆ ਗਿਆ, ਵੀਡੀਓ ਨੂੰ ਰੋਕ ਲੈਣਾ ਜੇ ਨਹੀਂ ਵੀ ਤੁਸੀਂ ਉੱਤਰ ਕਰਿਆ ਜੇ। इसका सही उत्तर विलियम बेंटिंग, ये सी पहला गवर्नर जनरल भारत का। भारत के नाल बंगाल का भी आपां नूं पता होवे, बंगाल का पहला गवर्नर जनरल कौन सी? लॉर्ड हेस्टिंग, वारन हेस्टिंग, विलियम बेंटिंग, लॉर्ड डलहौजी। बंगाल का पहला गवर्नर जनरल लार्ड हेस्टिंग ते वारन हेस्टिंग, ये दोनों ही इंसान है इतिहास के विच, इन्हां दा भी ध्यान रखना। ये प्रश्न आएगा हर हाल में। जो उपरले आपां प्रश्न कीते दो तीन, पहला वायसराय बंगाल का, भारत का, जां गवर्नर जनरल जां आखिरी गवर्नर जनरल, ये जरूर सवाल होंगे। इसका सही उत्तर वारन हेस्टिंग, ये बंगाल का पहला गवर्नर जनरल सी अपना। अगे है भारत का पहला होम मिनिस्टर कौन सी? भारत का पहला होम मिनिस्टर कौन सी? आज़ाद भारत, जवाहर लाल नेहरू, लाल बहादुर शास्त्री, सरदार पटेल, महात्मा गांधी। होम मिनिस्टर गृह मंत्री, ये इतिहास का सवाल भी है तो अपना राजनीति का भी है।
इसका सही उत्तर अपना भारत का पहला होम मिनिस्टर सी सरदार पटेल, वल्लभ भाई पटेल। अमरीका ने किस देश तो आज़ादी प्राप्त की सी? ब्रिटेन तो, रूस तो, जर्मनी तो या फिर पुर्तगाल तो? किहड़े देश तो अमरीका ने आज़ादी प्राप्त की? कदों प्राप्त की वो भी पता हो, फिलहाल आपां पता हो किहड़े देश का गुलाम सी अमरीका, अमेरिका। इसका सही उत्तर अपना अमरीका गुलाम सी ब्रिटेन का। इन्हां तो आज़ादी प्राप्त की, ज़्यादातर इन्हां दा ही गुलाम रही आ दुनिया दे विच ज़्यादातर देश। रोम हुण इन्हां दी जिहड़ी नीति आ इंग्लैंड की बहुत नरम नीति ते चल रही, पर स्ट्रोंग अजे भी है ये देश बहुत ज़्यादा। रोम किस देश की राजधानी है? रूस की, इटली की, जापान की या फिर आस्ट्रेलिया की? रोम के नाल संबंधित एक प्रश्न जरूर आएगा, चाहे कोई पूछा जाए, पॉप नाल संबंधित पूछा जाए, उत्थों के धर्म नाल संबंधित पूछा जाए, या फिर ये सवाल पूछा जाए। रोम किहड़े देश की राजधानी है? रूस, इटली, जापान, आस्ट्रेलिया। ये आस्ट्रेलिया तो आस्ट्रेलिया तुसीं जानते हो अलग अलग है। रोम राजधानी है इटली। मार्टिन लूथर किस देश नाल संबंधित सी? जर्मनी दे नाल, पुर्तगाल दे नाल, रूस दे नाल या फिर ब्रिटेन दे नाल? वैसे संबंधित अमरीका नाल भी है, पर उसका जिहड़ा किहड़े देश का सी मार्टिन लूथर, ये पूछा गया इत्थे। जिहड़ा पुनर जागरण है उस नाल संबंधित ज़्यादातर जिहड़े इंसान आ वो जर्मनी दे ज़्यादातर। मार्टिन लूथर जर्मनी। यूक्रेन की राजधानी केड़ी है? यूक्रेन की राजधानी ये अपना सवाल 28 नंबर। रोम, कीव, डच, पोलैंड। ये सवाल आ सकता तुहानू। इसका जो सही उत्तर अपना कीव, कीव राजधानी है यूक्रेन की। दूजा विश्व युद्ध कितना समा चलिया? ये सवाल हर बार आता पेपर दे विच। दूजे विश्व युद्ध का दूजा विश्व युद्ध 4 साल चलिया, 5 साल, 6 साल 1 दिन या फिर 7 साल लगभग? दूजा विश्व युद्ध जो चलिया 6 साल ते 1 दिन। 3 नंबर उत्तर आएगा इसका। अगला प्रश्न अपना 30 नंबर। पहला विश्व युद्ध कदों समाप्त होया सी? पहला विश्व युद्ध कदों समाप्त होया? 11 नवंबर 1914, 11 नवंबर 1918, 11 नवंबर 1910 या फिर 11 नवंबर 1919 दे विच? पहले विश्व युद्ध का समाप्ति समा? इसका सही उत्तर 1918 ਦੇ ਵਿੱਚ समाप्त होया सी 11 नवंबर। ਜਿਹੜਾ पहला विश्व युद्ध है 11 नवंबर 1918 ਦੇ ਵਿੱਚ समाप्त होया। याद कर लेना, इस लिए आप 2-2 या 3-3 बार उत्तर बोल रहे हैं कि ਤੁਹਾਡੇ ਚੰਗੀ ਤਰ੍ਹਾਂ याद हो जाए। पहला विश्व युद्ध कितना समा चलिया? 31 नंबर प्रश्न अपना 2 साल, 3 साल, 4 साल, 5 साल? दूजे तो आप कर लिया 6 साल 1 दिन। हुण आप कर रहे हैं पहला विश्व युद्ध कितना समा चलिया सी? अपना नोट जरूर करी जाना, ये ना होवे रह जाए तो गलत वाले करी जाना। किन्ने गलत जा रहे हैं उन्हें 75 चों घटा लेना अपने।
ਤੁਸੀਂ ਟਾਈਪ ਕਰਕੇ ਉੱਤਰ ਵੀ ਦੇ ਸਕਦੇ ਹੋ ਨੀਚੇ ਕਮੈਂਟ ਦੇ ਵਿੱਚ, ਯਾਦ ਰਹਿੰਦਾ ਫਿਰ। ਇਹਦਾ ਸਹੀ ਉੱਤਰ 4 ਸਾਲ। ਪਹਿਲੇ ਵਿਸ਼ਵ ਯੁੱਧ ਦਾ ਕਾਰਨ ਨਹੀਂ ਸੀ ਨੈਸ਼ਨਲਿਜ਼ਮ, ਇਹ ਕਾਰਨ ਨਹੀਂ ਸੀ। ਬਾਲਕਨ ਯੁੱਧ, ਇਹ ਕਾਰਨ ਨਹੀਂ ਸੀ। 100 ਸਾਲਾ ਯੁੱਧ ਨਹੀਂ ਕਾਰਨ ਸੀਗਾ ਪਹਿਲੇ ਵਿਸ਼ਵ ਯੁੱਧ ਦਾ। ਅਤੇ ਫਰਾਂਸਕੋ ਪਰਸ਼ੀਅਨ ਵਾਰ ਚੱਲਿਆ ਜਿਹੜਾ, ਉਹ ਕਾਰਨ ਨਹੀਂ ਸੀ। ਕਿਹੜਾ ਉੱਤਰ ਆ ਜਿਹੜਾ ਨਹੀਂ ਸੀ ਪਹਿਲੇ ਵਿਸ਼ਵ ਯੁੱਧ ਦਾ ਕਾਰਨ? ਕਾਰਨ ਹੋਰ ਵੀ ਆ, 4 ਆਪਸ਼ਨਾਂ ਵਿੱਚ ਨਹੀਂ ਆਏ, ਪਰ ਇਹਨਾਂ ਵਿੱਚੋਂ ਇੱਕ ਜਿਹੜਾ ਨਹੀਂ। ਇਹਦਾ ਜੋ ਸਹੀ ਉੱਤਰ ਆਪਣਾ 100 ਸਾਲਾ ਯੁੱਧ ਪਹਿਲੇ ਵਿਸ਼ਵ ਯੁੱਧ ਦਾ ਕਾਰਨ ਨਹੀਂ ਸੀ, ਬਾਕੀ ਤਿੰਨੇ ਕਾਰਨ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਕਿਹੜੇ 2 ਦੇਸ਼ਾਂ ਨੇ ਜਰਮਨੀ ਦੇ ਉੱਪਰ ਯੁੱਧ ਦਾ ਐਲਾਨ ਕੀਤਾ ਸੀ? ਇਹ ਪ੍ਰਸ਼ਨ ਯਾਦ ਰੱਖਣਾ। ਦੂਜਾ ਵਿਸ਼ਵ ਯੁੱਧ ਹੋਇਆ, ਕਿਹੜੇ 2 ਦੇਸ਼ਾਂ ਨੇ ਮਿਲ ਕੇ ਐਲਾਨ ਕਰ ਦਿੱਤਾ ਸੀ ਜਰਮਨੀ ਦੇ ਉੱਪਰ ਯੁੱਧ ਦਾ? ਅਮਰੀਕਾ ਰੂਸ, ਜਾਪਾਨ ਇੰਗਲੈਂਡ, ਬ੍ਰਿਟੇਨ ਫਰਾਂਸ, ਜਾਂ ਫਿਰ ਅਮਰੀਕਾ ਇੰਗਲੈਂਡ? ਦੇਖੋ ਵੀ ਇਸਦਾ ਉੱਤਰ ਸਹੀ ਕਿਹੜਾ ਆਵੇਗਾ। ਦੂਜੇ ਵਿਸ਼ਵ ਯੁੱਧ ਦੇ ਵਿੱਚ ਕਿਹੜੇ 2 ਦੇਸ਼ਾਂ ਨੇ ਐਲਾਨ ਕੀਤਾ ਸੀ ਜਰਮਨੀ ਦੇ ਉੱਪਰ ਯੁੱਧ ਦਾ? ਪੋਲੀਟੀਕਲ ਦੇ ਆਪਾਂ ਨਾ ਬਹੁਤ ਸਾਰੇ ਜਿਹੜੇ ਵਿਸ਼ੇ ਆ, ਜਿਵੇਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਹਨਾਂ ਨਾਲ ਇਸ ਤਰੀਕੇ ਨਾਲ ਪ੍ਰਸ਼ਨ ਕੀਤੇ ਹੋਏ ਆ ਵੀਡੀਓ ਦੇ ਵਿੱਚ ਕਿ ਉਹਨਾਂ ਨਾਲ ਸੰਬੰਧਿਤ ਕੋਈ ਪ੍ਰਸ਼ਨ ਰਹਿੰਦਾ ਹੀ ਨਹੀਂ। ਜਿਵੇਂ ਰਾਸ਼ਟਰਪਤੀ ਦਾ 80-90 ਸਵਾਲ ਆ ਜਿਹੜੇ ਉਹ ਰਾਸ਼ਟਰਪਤੀ ਉੱਪਰ ਹੀ ਆ, 70-80 ਸਵਾਲ ਪ੍ਰਧਾਨ ਮੰਤਰੀ ਉੱਪਰ ਹੀ ਆ, 70-80 ਮੁੱਖ ਮੰਤਰੀ ਉੱਪਰ ਹੀ ਆ। ਇਹ ਵੀਡੀਓ ਜ਼ਰੂਰ ਦੇਖ ਲੈਣਾ ਅਤੇ ਤੁਹਾਡਾ ਇੱਕ ਪ੍ਰਸ਼ਨ ਹੀ ਬਚੇਗਾ ਕਿ ਮੌਜੂਦਾ ਮੁੱਖ ਮੰਤਰੀ ਕੌਣ ਆ ਜਾਂ ਪ੍ਰਧਾਨ ਮੰਤਰੀ ਕੌਣ ਆ। ਠੀਕ ਹੈ, ਬਾਕੀ ਜਿਹੜਾ ਆਪਣਾ ਸੰਵਿਧਾਨ ਨਾਲ ਸੰਬੰਧਿਤ ਹੈ ਉੱਥੋਂ ਤੁਹਾਡਾ ਕੋਈ ਵੀ ਪ੍ਰਸ਼ਨ ਬਾਕੀ ਨਹੀਂ ਬਚਦਾ। ਉਸਦਾ ਲਿੰਕ ਹੈ ਜਿਹੜਾ ਨੀਚੇ ਦਿੱਤਾ ਹੋਇਆ। ਇਸਦਾ ਜੋ ਸਹੀ ਉੱਤਰ ਬ੍ਰਿਟੇਨ ਫਰਾਂਸ, ਇਹਨਾਂ ਦੋਨਾਂ ਨੇ ਮਿਲ ਕੇ ਐਲਾਨ ਕੀਤਾ ਸੀ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਰਮਨੀ ਦੇ ਉੱਪਰ ਯੁੱਧ ਦਾ ਐਲਾਨ ਕੀਤਾ ਸੀ। ਠੀਕ ਹੈ, ਪੰਜਾਬ ਦੀ ਸਥਿਤੀ ਕੀ ਹੈ? ਇਹ ਬੜਾ ਸੌਖਾ ਸਵਾਲ ਹੈ, ਉਮੀਦ ਹੈ ਤੁਹਾਡਾ ਸਾਰਿਆਂ ਦਾ ਸਹੀ ਜਾਵੇਗਾ। ਮੱਧ ਏਸ਼ੀਆ, ਪੂਰਬੀ ਏਸ਼ੀਆ, ਉੱਤਰ ਦੱਖਣ ਏਸ਼ੀਆ, ਜਾਂ ਫਿਰ ਪੂਰਬ ਪੱਛਮ ਏਸ਼ੀਆ? ਪੰਜਾਬ ਕਿੱਥੇ ਸਥਿਤ ਹੈ ਇਹਨਾਂ 4 ਆਪਸ਼ਨਾਂ ਦੇ ਵਿੱਚੋਂ? ਥੋੜ੍ਹਾ ਜਿਹਾ ਧਿਆਨ ਨਾਲ ਕਰਨਾ, ਇਸਦਾ ਉੱਤਰ ਜ਼ਿਆਦਾਤਰ ਗਲਤ ਹੀ ਜਾਂਦਾ ਵਿਦਿਆਰਥੀਆਂ ਦਾ। ਮੱਧ ਏਸ਼ੀਆ ਇਸਦਾ ਉੱਤਰ ਨਹੀਂ ਆਏਗਾ, ਨਾ ਹੀ ਪੂਰਬੀ ਏਸ਼ੀਆ ਆਏਗਾ। ਇਸਦਾ ਉੱਤਰ ਪੂਰਬ ਪੱਛਮ ਏਸ਼ੀਆ ਵੀ ਨਹੀਂ ਆਏਗਾ। ਉੱਤਰ ਦੱਖਣ ਏਸ਼ੀਆ ਜਿਹੜਾ ਪੰਜਾਬ ਦੀ ਸਥਿਤੀ ਆ ਗਲੋਬ ਦੇ ਉੱਪਰ। ਅਗਲਾ ਪ੍ਰਸ਼ਨ ਆਪਣਾ ਅੰਮ੍ਰਿਤਸਰ ਦੇ ਕਿਹੜੇ 2 ਦਰਿਆਵਾਂ, ਅੰਮ੍ਰਿਤਸਰ ਆ ਜਿਹੜਾ ਉਹ ਕਿਹੜੇ 2 ਦਰਿਆਵਾਂ ਦੇ ਵਿਚਕਾਰ ਪੈਂਦਾ ਹੈ? ਇਸਦਾ ਉੱਤਰ ਤੁਸੀਂ ਜਾਣਦੇ ਹੋ, ਪਰ ਜਿਹੜਾ ਆਪਣਾ ਪੰਜਾਬ ਦਾ ਇਤਿਹਾਸ ਆ ਲਗਭਗ ਉਹ ਸਾਰੇ ਵਿਦਿਆਰਥੀ ਬਹੁਤ ਵਧੀਆ ਤਰੀਕੇ ਨਾਲ ਕਰ ਲੈਂਦੇ ਆ। ਅੰਮ੍ਰਿਤਸਰ ਆਪਣਾ ਸਥਿਤ ਹੈ ਰਾਵੀ ਤੇ ਬਿਆਸ ਦੇ ਵਿਚਕਾਰ। ਰਾਵੀ ਤੇ ਬਿਆਸ ਦੇ ਵਿਚਕਾਰ ਅੰਮ੍ਰਿਤਸਰ ਸ਼ਹਿਰ ਆਪਣਾ। ਗੁਰੂ ਅੰਗਦ ਦੇਵ ਜੀ ਦਾ ਦੇਹਾਂਤ ਕਦੋਂ ਹੋਇਆ? 14 ਅਪ੍ਰੈਲ 1452, 29 ਮਾਰਚ 1552, 23 ਮਾਰਚ 1552, ਜਾਂ ਫਿਰ 29 ਮਾਰਚ 1539 ਦੇ ਵਿੱਚ? ਵੀਡੀਓ ਨੂੰ ਰੋਕ ਲੈਣਾ। ਤਰੀਕਾ ਨਾਲ ਸੰਬੰਧਿਤ ਪ੍ਰਸ਼ਨ ਪੇਪਰਾਂ ਦੇ ਵਿੱਚ ਵੀ ਜ਼ਿਆਦਾਤਰ ਵਿਦਿਆਰਥੀਆਂ ਦੇ ਗਲਤ ਹੋ ਜਾਂਦੇ ਆ ਆਉਣ ਦੇ ਬਾਵਜੂਦ। ਇਸ ਕਰਕੇ ਜਿਹੜੀਆਂ ਤਰੀਕਾਂ ਹੁੰਦੀਆਂ, ਜਿਹੜੀ ਆਪਸ਼ਨ ਆ, ਉਹ ਤੁਸੀਂ ਹੋਰ ਬਾਕੀ ਤਰੀਕਾਂ ਨਾਲ ਵੀ ਮਿਲਾ ਲੈਣੀਆਂ ਹੁੰਦੀਆਂ ਕਿ ਇਸ ਸਮੇਂ ਹੋਰ ਕੀ ਹੋਇਆ ਸੀ। ਮੰਨ ਲਓ ਜੇ 1539 ਨਾਲ ਸੰਬੰਧਿਤ ਤੁਸੀਂ ਉੱਤਰ ਕਰ ਰਹੇ ਹੋ 1539, ਤਾਂ 1539 ਤੁਹਾਡੇ ਯਾਦ ਆਏਗਾ ਕਿ ਇਸ ਸਮੇਂ ਕੋਈ ਹੋਰ ਗੱਲ ਹੋਈ ਪਈ ਹੈ, ਵੀ ਉਸ ਸਮੇਂ ਤਾਂ ਇਹ ਜਿਹੜਾ ਨਹੀਂ ਹੋ ਸਕਦਾ। ਇਹਦਾ ਜੋ ਸਹੀ ਉੱਤਰ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ 29 ਮਾਰਚ 1552 ਈਸਵੀ ਦੇ ਵਿੱਚ। ਜਿਹੜਾ 60 ਦਾ ਪੇਪਰ ਹੋਇਆ ਸੀ
ਉਸ ਦਾ ਲੇਵਲ ਹੈ ਪੇਪਰ। ਕੁਝ ਵਿਦਿਆਰਥੀਆਂ ਨੂੰ ਜਦੋਂ ਪੇਪਰ ਹੋ ਜਾਂਦਾ ਬਾਅਦ ਦੇ ਵਿੱਚ ਉਹ ਦੇਖਦੇ ਆ ਪੁਰਾਣੇ ਪੇਪਰ, ਉਹਨਾਂ ਨੂੰ ਲੱਗਦਾ ਕਿ ਇਹ ਪੇਪਰ ਤਾਂ ਬਹੁਤ ਸੌਖੇ ਸੀ, ਜੇ ਅਸੀਂ ਕੀਤਾ ਹੁੰਦਾ ਉਦੋਂ ਸਾਡਾ ਨੰਬਰ ਆ ਜਾਂਦਾ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਉਹ ਬਾਅਦ ਦੇ ਵਿੱਚ ਜਦੋਂ ਜਿਹੜਾ ਪੇਪਰ ਹੋ ਜਾਂਦਾ ਉਦੋਂ ਬਾਅਦ ਦੇ ਵਿੱਚ ਸਾਰਿਆਂ ਨੂੰ ਜਿਹੜਾ ਉਹ ਸੌਖਾ ਲੱਗਣ ਲੱਗ ਜਾਂਦਾ, ਕਿਉਂਕਿ ਆਪਰੇਸ਼ਨ ਫਿਰ ਆ ਚੁੱਕੇ ਹੁੰਦੇ ਆ, ਤਿਆਰੀ ਕਰਾਉਣ ਵਾਲਿਆਂ ਨੇ ਵੀ ਕਰਵਾ ਦਿੱਤੇ ਹੁੰਦੇ ਆ, ਕਿਤਾਬਾਂ ਦੇ ਵਿੱਚ ਵੀ ਆ ਚੁੱਕੇ ਹੁੰਦੇ ਆ। ਅਗਲਾ ਪ੍ਰਸ਼ਨ ਆਪਣਾ, ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ ਪੰਜਾਬ ਭੇਜਿਆ, ਕਿਹੜੇ ਕੰਮ ਭੇਜਿਆ ਸੀ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ? ਸਿੱਖ ਰਾਜ ਸਥਾਪਿਤ ਕਰਨ ਦੇ ਲਈ, ਸਿੱਖ ਧਰਮ ਦੇ ਵਿਕਾਸ ਲਈ, ਖਾਲਸੇ ਦੇ ਦੁਸ਼ਮਣਾਂ ਨੂੰ ਖਤਮ ਕਰਨ ਲਈ, ਜਾਂ ਤਾਕਤ ਦਾ ਪ੍ਰਦਰਸ਼ਨ ਕਰਨ ਦੇ ਲਈ? ਕਿਸ ਕਾਰਜ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ? ਇਸ ਦਾ ਸਹੀ ਉੱਤਰ ਖਾਲਸੇ ਦੇ ਦੁਸ਼ਮਣਾਂ ਦਾ ਖਾਤਮਾ ਕਰਨ ਲਈ ਭੇਜਿਆ ਗਿਆ ਸੀ। ਕਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੁਰਾ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ? ਉਹ ਕੌਣ ਸੀ ਜਿਸ ਨੇ ਵੀ ਕੋਸ਼ਿਸ਼ ਕੀਤੀ? ਹਿੰਦੂ ਸੀ, ਸਿੱਖ ਸੀ, ਮੁਗਲ ਸੀ, ਜਾਂ ਫਿਰ ਅਫਗਾਨ ਸੀ? ਇਸ ਦਾ ਸਹੀ ਉੱਤਰ ਆਵੇਗਾ ਇੱਕ ਅਫਗਾਨ ਪਠਾਨ ਸੀ, ਉਹ ਅਫਗਾਨੀ ਸੀਗਾ। ਅਕਾਲ ਤਖਤ ਦਾ ਨਿਰਮਾਣ ਕਿਸ ਨੇ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਬੰਦਾ ਸਿੰਘ ਬਹਾਦਰ ਨੇ, ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦਾ ਨਿਰਮਾਣ ਕਰਵਾਇਆ। ਇਹ ਤੁਸੀਂ ਜਾਣਦੇ ਹੋ ਉੱਤਰ। ਇਸ ਦਾ ਸਹੀ ਉੱਤਰ 4 ਨੰਬਰ ਗੁਰੂ ਹਰਗੋਬਿੰਦ ਜੀ। ਮੇਰੀ ਤਲਵਾਰ ਕਿਸ ਗੱਲ ਦਾ ਪ੍ਰਤੀਕ ਹੈ? ਸੰਸਾਰਿਕ ਗਤੀਵਿਧੀਆਂ ਲਈ, ਧਾਰਮਿਕ ਗਤੀਵਿਧੀਆਂ ਲਈ, ਸੰਸਾਰਿਕ ਤੇ ਧਾਰਮਿਕ ਕੰਮਾਂ ਦੇ ਲਈ, ਜਾਂ ਫਿਰ ਸ਼ਹਾਦਤ ਦੀ ਪ੍ਰਤੀਕ ਹੈ ਮੇਰੀ ਦੀ ਤਲਵਾਰ? ਇਹ ਸਵਾਲ ਜੋ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਵਾਰ ਆਉਂਦਾ, ਕਈ ਵਾਰ ਪੀਰੀ ਦਾ ਪੁੱਛ ਲੈਂਦੇ, ਕਈ ਵਾਰ ਮੇਰੀ ਦਾ ਪੁੱਛ ਲੈਂਦੇ। ਇਹ ਸਵਾਲ ਬਹੁਤ ਸਮਾਂ ਪਹਿਲਾਂ 12ਵੀਂ ਜਮਾਤ ਦੇ ਵਿੱਚ ਮੈਂ ਇੱਕ ਤਰੀਕੇ ਨਾਲ ਯਾਦ ਕੀਤਾ ਸੀ, ਉਹ ਮੇਰੇ ਅੱਜ ਵੀ ਉਸੇ ਤਰ੍ਹਾਂ ਹੀ ਯਾਦ ਆ। ਹਾਲਾਂਕਿ ਇਸ ਤੋਂ ਬਾਅਦ ਮੈਂ ਕੋਈ ਇਸ ਤਰ੍ਹਾਂ ਸਵਾਲ ਯਾਦ ਕੀਤੇ ਨਹੀਂ, ਪਰ ਉਦੋਂ ਕਈ ਵਾਰੀ ਅਧਿਆਪਕ ਟੈਸਟ ਵਗੈਰਾ ਲੈਂਦੇ ਹੁੰਦੇ ਸੀ ਨਾ, ਤਾਂ ਜਾਂ ਵੈਸੇ ਕਲਾਸ ਦੇ ਵਿੱਚੋਂ ਖੜਾ ਕਰਕੇ ਪੁੱਛਦੇ ਹੁੰਦੇ ਸੀ। ਮੇਰੀ ਦਾ ਸੰਬੰਧ ਹੈ ਸੰਸਾਰ ਕੰਮਾਂ ਨਾਲੋਂ। ਮੈਂ ਸੋਚਦਾ ਹੁੰਦਾ ਸੀ ਕਿ ਇਸ ਤਰ੍ਹਾਂ ਮੰਮੀ ਦਾ ਜਿਹੜਾ ਸੱਸਾ ਬਣ ਜਾਂਦਾ ਅਤੇ ਪੀਰੀ ਦਾ ਪੱਪੇ ਦਾ ਇੱਕ ਧੱਦਾ ਬਣ ਜਾਂਦਾ, ਧੱਦਾ ਧਾਰਮਿਕ ਨਾਲ ਮਿਲ ਜਾਂਦਾ ਅਤੇ ਮੰਮੇ ਦਾ ਸੱਸਾ ਬਣ ਜਾਂਦਾ, ਇਹ ਸੰਸਾਰਕ ਨਾਲ ਮਿਲ ਜਾਂਦਾ। ਮੇਰੀ ਆ ਜੋ ਉਹ ਫਿਰ ਸੰਸਾਰਕ ਗਤੀਵਿਧੀਆਂ ਨਾਲ ਸੰਬੰਧਿਤ ਹੈ। ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਦੋਂ ਮਿਲੇ ਸਨ? 1705, 1701, 1707 ਜਾਂ 1708 ਦੇ ਵਿੱਚ ਕਦੋਂ ਮਿਲੇ ਸੀ ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ? ਇਸ ਦਾ ਜੋ ਸਹੀ ਉੱਤਰ ਇਹ ਸਮਾਂ ਸੀ 1708 ਈਸਵੀ ਦੇ ਵਿੱਚ। ਅਗਲਾ ਪ੍ਰਸ਼ਨ ਜੋ ਪੁੱਛਿਆ ਜਾਏਗਾ ਤੁਹਾਨੂੰ, ਚੱਪੜਚਿੜੀ ਦਾ ਯੁੱਧ ਕਦੋਂ ਹੋਇਆ? 1710, 1716, 1715, 1711 ਈਸਵੀ। ਚੱਪੜਚਿੜੀ ਦਾ ਯੁੱਧ ਸਰਹੰਦ ਤੋਂ ਥੋੜ੍ਹੀ ਦੂਰ ਹੈ। ਇਸ ਦਾ ਜੋ ਸਹੀ ਉੱਤਰ ਚੱਪੜਚਿੜੀ ਦਾ ਯੁੱਧ ਹੋਇਆ 1710 ਈਸਵੀ ਦੇ ਵਿੱਚ। ਅਗਲਾ ਪ੍ਰਸ਼ਨ ਆਪਣਾ, ਭੰਗੀ ਮਿਸਲ ਦਾ ਸੰਸਥਾਪਕ ਕੌਣ ਸੀ? ਇਹ ਭੰਗੀ ਮਿਸਲ ਨਾਲ ਸੰਬੰਧਿਤ ਕੋਈ ਨਾ ਕੋਈ ਸਵਾਲ ਜ਼ਰੂਰ ਆ ਜਾਂਦਾ, ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣਾ। ਭੰਗੀ ਮਿਸਲ ਦਾ ਸੰਸਥਾਪਕ ਸਾਹਿਬ ਸਿੰਘ ਭੰਗੀ, ਛੱਜਾ ਸਿੰਘ, ਹਰੀ ਸਿੰਘ ਜਾਂ ਫਿਰ ਚੇਤ ਸਿੰਘ ਭੰਗੀ, ਕੌਣ ਸੀ ਇਹਦਾ ਸੰਸਥਾਪਕ? ਇਹਦਾ ਸਹੀ ਉੱਤਰ ਆਪਣਾ ਉੱਤਰ ਨੰਬਰ 2 ਛੱਜਾ ਸਿੰਘ ਸੀ ਜੋ ਭੰਗੀ ਮਿਸਲ ਦਾ ਸੰਸਥਾਪਕ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਮ ਕੀ ਸੀ?
ਮਹਾਰਾਜਾ ਰਣਜੀਤ ਸਿੰਘ ਦਾ ਵੀ ਕੋਈ ਨਾ ਕੋਈ ਸਵਾਲ ਜ਼ਰੂਰ ਆਏਗਾ। 12 ਮਿਸਲਾਂ ਯਾਦ ਕਰ ਲੈਣਾ, ਉਹਨਾਂ ਦਾ ਵੀ ਕੋਈ ਨਾ ਕੋਈ ਸਵਾਲ ਆਏਗਾ ਹੀ ਆਏਗਾ। ਸਦਾ ਕੌਰ ਸੀ, ਰਾਜ ਕੌਰ ਸੀ, ਸਾਹਿਬ ਕੌਰ ਸੀ ਜਾਂ ਫਿਰ ਮਹਿਤਾਬ ਕੌਰ ਸੀ? ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਨਾਮ ਕੀ ਸੀ? ਇਹ ਤੁਸੀਂ ਜਾਣਦੇ ਹੋ। ਪਰ ਫਿਰ ਵੀ ਬਹੁਤ ਸਾਰੇ ਵਿਦਿਆਰਥੀ ਅਜਿਹੇ ਆ ਜਿਨ੍ਹਾਂ ਨੂੰ ਇਹ ਸਵਾਲ ਵੀ ਨਹੀਂ ਆਉਂਦੇ ਹੁੰਦੇ, ਮੈਂ ਦੇਖਿਆ। ਪਰ ਉਹਨਾਂ ਦਾ ਉੱਤਰ ਇੱਕ ਇਹ ਹੁੰਦਾ ਕਿ ਹੁਣ ਤਾਂ ਬਹੁਤ ਤਿਆਰੀ ਹੋ ਗਈ, ਹੁਣ ਤਾਂ ਟੈਸਟ ਹੋ ਜਾਏ ਜਲਦੀ ਤੋਂ ਜਲਦੀ। ਟੈਸਟ ਕਦੋਂ ਹੋਏਗਾ ਉਹ ਇਹੀ ਪੁੱਛਦੇ ਰਹਿੰਦੇ ਆ। ਪਰ ਉਹਨਾਂ ਨੂੰ ਜਦੋਂ ਵੀ ਕੋਈ ਸਵਾਲ ਪੁੱਛ ਲਿਆ ਜਾਂਦਾ ਫਿਰ ਉਹਨਾਂ ਨੂੰ ਆਉਂਦਾ ਨਹੀਂ ਹੁੰਦਾ। ਉਹਨਾਂ ਨੂੰ ਇਹ ਲੱਗਦਾ ਰਹਿੰਦਾ ਕਿ ਅਸੀਂ ਪਤਾ ਨਹੀਂ ਕਿੰਨੀ ਕੁ ਤਿਆਰੀ ਕਰ ਰਹੀ। ਅਸਲ ਦੇ ਵਿੱਚ ਉਹਨਾਂ ਨੇ ਕੀ ਕੀਤਾ ਹੁੰਦਾ ਕਿ ਇੱਕ ਅੱਧੀ ਕਿਤਾਬ ਖਰੀਦੀ ਹੁੰਦੀ ਆ ਸਵਾਰਨ ਦੀ ਜਾਂ ਕੋਈ ਹੋਰ, ਉਹਨੂੰ 4-5 ਵਾਰੀ ਰੱਟਾ ਲਾਇਆ ਹੁੰਦਾ। ਜਦੋਂ ਵੀ ਪੇਪਰ ਆਉਂਦਾ ਉਹੀ ਕਿਤਾਬ ਚੱਕ ਕੇ ਫਿਰ ਪੜ੍ਹਨ ਲੱਗ ਜਾਂਦੇ ਆ। ਅਤੇ ਉਹਨਾਂ ਨੇ ਕਿਤਾਬਾਂ ਪੜ੍ਹੀਆਂ ਨਹੀਂ ਹੁੰਦੀਆਂ ਜ਼ਿਆਦਾਤਰ, ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਬਹੁਤ ਪੜ੍ਹ ਲਿਆ, ਪਰ ਪੜ੍ਹਿਆ ਨਹੀਂ ਹੁੰਦਾ। ਰਾਜ ਕੌਰ, ਕੁਝ ਵਿਦਿਆਰਥੀ 4-5 ਸਾਲਾਂ ਤੋਂ ਤਿਆਰੀ ਕਰ ਰਹੇ ਆ ਵਾਰ-ਵਾਰ, ਪਰ ਉਹਨਾਂ ਕੋਲ ਕਿਤਾਬ ਵੱਧ ਤੋਂ ਵੱਧ ਇੱਕ ਜਾਂ ਦੋ। ਜੇਕਰ ਤੁਹਾਡੇ ਘਰ ਜਿਹੜੇ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਹਦੇ ਨਾਲ ਸੰਬੰਧਿਤ 25-30 ਤੋਂ ਜ਼ਿਆਦਾ ਕਿਤਾਬਾਂ ਨਹੀਂ ਹੈਗੀਆਂ ਤਾਂ ਸਮਝ ਲਓ ਕਿ ਤੁਹਾਡਾ ਮੁਸ਼ਕਿਲ ਹੈ। ਸੰਭਵ ਕੁਝ ਵੀ ਆ, ਪਰ ਫਿਰ ਵੀ ਮਤਲਬ ਇਹੀ ਕਿਹਾ ਜਾ ਸਕਦਾ ਕਿ ਔਖਾ। ਸੰਭਵ ਤਾਂ ਨਹੀਂ, ਪਰ ਔਖਾ। ਜੇ ਤੁਹਾਡੇ ਆਪਣੇ ਵਿਸ਼ੇ ਨਾਲ ਤਿਆਰੀ ਕਰ ਰਹੇ ਹੋ ਤਾਂ 30-35-40 ਕਿਤਾਬਾਂ ਤੁਹਾਡੇ ਕੋਲ ਪਈਆਂ ਹੋਣ ਉਸ ਵਿਸ਼ੇ ਨਾਲ ਸੰਬੰਧਿਤ, ਇਕੱਲੀ ਚੀਜ਼ ਨਾਲ। ਮਹਾਰਾਜਾ ਰਣਜੀਤ ਸਿੰਘ ਉੱਪਰ ਕਿਤਾਬ ਪਈ ਹੋਵੇ, ਸਿੱਖ ਗੁਰੂਆਂ ਨਾਲ ਸੰਬੰਧਿਤ ਕਿਤਾਬ ਅਲੱਗ ਤੋਂ ਪਈ ਹੋਵੇ, ਠੀਕ ਹੈ, ਮੁਗਲ ਸਾਮਰਾਜ ਉੱਪਰ ਅਲੱਗ ਤੋਂ ਕਿਤਾਬ ਪਈ ਹੋਵੇ, 2 ਕਿਤਾਬਾਂ ਪਈਆਂ ਹੋਣ, ਤੁਸੀਂ ਬਸ ਸਿਰਫ ਤਿਆਰੀ ਨਾਲ ਸੰਬੰਧਿਤ ਹੀ ਕਿਤਾਬ ਲੈ ਲੈਂਦੇ ਹੋ ਇੱਕ ਅੱਧੀ, ਬਸ ਉਹਦੇ ਵਿੱਚ ਜਿੰਨੇ ਕੁ ਪ੍ਰਸ਼ਨ ਹੁੰਦੇ ਆ 3000-4000 ਬਸ ਉਹੀ ਪੜ੍ਹਦੇ ਰਹਿੰਦੇ ਹੋ। ਇਸ ਕਰਕੇ ਥੋੜ੍ਹੀ ਜਿਹੀ ਗੜਬੜ ਹੋ ਜਾਂਦੀ ਹੈ। ਸਮਾਂ ਹੈ ਤੁਹਾਡੇ ਕੋਲ, ਫਿਰ ਵੀ ਕਿਤਾਬਾਂ ਖਰੀਦ ਲੈਣਾ 4-5 ਹੋਰ। ਪੂਰਬ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ? ਪੂਰਬ ਦਾ ਨਪੋਲੀਅਨ ਬੰਦਾ ਸਿੰਘ ਬਹਾਦਰ ਨੂੰ, ਰਣਜੀਤ ਸਿੰਘ ਨੂੰ, ਔਰੰਗਜ਼ੇਬ ਨੂੰ ਜਾਂ ਫਿਰ ਅਕਬਰ ਨੂੰ? ਇਹ ਤੁਸੀਂ ਜਾਣਦੇ ਹੋ। ਇਹਦਾ ਸਹੀ ਉੱਤਰ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਜਾਂਦਾ ਹੈ ਪੂਰਬ ਦਾ ਨਪੋਲੀਅਨ। 5 ਦਰਿਆਵਾਂ ਦਾ ਮਾਲਕ ਵੀ ਕਿਹਾ ਜਾਂਦਾ, ਹੋਰ ਵੀ ਬਹੁਤ ਸਾਰੇ ਨਾਮ ਆ। ਖਾਲਸਾ ਰਾਜ ਦਾ ਨਿਰਮਾਤਾ, ਇਸ ਤਰੀਕੇ ਨਾਲ ਵੀ ਹੋਰ ਵੀ ਬਹੁਤ ਸਾਰੇ ਨਾਮ ਲਗਭਗ ਪਤਾ ਲੱਗ ਜਾਂਦੇ ਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ? ਇਹ ਸਵਾਲ ਜ਼ਰੂਰ ਪੁੱਛਿਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਦਾ ਸਵਾਲ ਤਾਂ ਆਏਗਾ ਹੀ ਆਏਗਾ, ਤੁਹਾਨੂੰ ਕੋਈ ਮਰਜ਼ੀ ਪੇਪਰ ਦੇਣ ਚਲੇ ਜਾਓ। 27 ਜੂਨ 1939 ਦੇ ਵਿੱਚ, 27 ਜੁਲਾਈ 1839 ਦੇ ਵਿੱਚ, 13 ਨਵੰਬਰ 1839 ਦੇ ਵਿੱਚ, 27 ਜੂਨ 1839 ਦੇ ਵਿੱਚ। ਇਹਦਾ ਸਹੀ ਉੱਤਰ ਤੁਸੀਂ ਜਾਣਦੇ ਹੋ। ਵੈਸੇ ਆਪਾਂ ਲਾਈਵ ਕਰਨਾ ਸੀਗਾ ਟੈਸਟ, ਪਰ ਫਿਰ ਵੀ ਲਾਈਵ ਦੀ ਜਿਹੜੀ ਉਨੀ ਕੁਆਲਿਟੀ ਆ ਨਹੀਂ ਰਹੀ ਸੀ, ਅਰੇਂਜ ਕਰਕੇ ਥੋੜ੍ਹਾ ਜਿਹਾ ਗੜਬੜ ਹੋ ਰਹੀ ਸੀ। ਇਸ ਕਰਕੇ ਆਪਾਂ ਫਿਰ ਇਸ ਤਰੀਕੇ ਨਾਲ ਬਣਾ ਰਹੇ ਹਾਂ। ਕੋਸ਼ਿਸ਼ ਕਰਾਂਗੇ ਅਗਲੀ ਵਾਰ ਲਾਈਵ ਕਲਾਸ ਲੱਗੇ, ਅਤੇ ਤੁਹਾਨੂੰ ਪਹਿਲਾਂ ਹੀ ਸਮਾਂ ਦੱਸ ਦੇਵਾਂਗਾ ਕਿੰਨੇ ਵਜੇ ਲਾਈਵ ਹੋਵਾਂਗੇ ਆਪਾਂ। ਉਹਦੇ ਵਿੱਚ ਕਮੈਂਟ ਕਰਨਾ ਸੌਖਾ ਹੋ ਜਾਂਦਾ ਨਾਲ ਦੀ ਨਾਲ, ਪਰ ਆਇਆ ਵੀ ਉਹਦੇ ਵਿੱਚ ਸਮਾਂ ਬਹੁਤ ਜ਼ਿਆਦਾ ਬਰਬਾਦ ਹੁੰਦਾ, ਕਿਉਂਕਿ 40-50 ਬੰਦੇ ਵੀ ਜੇਕਰ ਜੁੜ ਜਾਣ ਉਹ ਸਾਰੇ ਕਮੈਂਟ ਕਰਦੇ ਆ, ਫਿਰ ਉਹਨਾਂ ਦੇ ਕਮੈਂਟ ਬੰਦਾ ਪੜ੍ਹਨ ਲੱਗ ਜਾਂਦਾ। ਕਈ ਹਜੇ ਹੌਲੀ ਟਾਈਪ ਕਰਦੇ ਆ, ਇਸ ਤਰੀਕੇ ਛੇਤੀ ਨਿਬੜ ਜਾਂਦਾ। ਥੋੜ੍ਹਾ ਜਿਹਾ ਸਪੀਡ ਵੀ ਵੱਧ ਜਾਂਦੀ ਹੁੰਦੀ ਆ ਵੀਡੀਓ ਦੀ, ਪਰ ਉਹ ਨਹੀਂ ਵਧਾਉਣੀ ਚਾਹੀਦੀ। ਜਦੋਂ ਦੂਜੀ ਵਾਰ ਤਿਆਰੀ ਕਰਦੇ ਉਦੋਂ ਵਧਾਉਣੀ ਚਾਹੀਦੀ ਹੈ। ਇਹ ਤੁਸੀਂ ਜਾਣਦੇ ਹੋ 27 ਜੂਨ 1839 ਈਸਵੀ ਦੇ ਵਿੱਚ। ਕਿੰਨੇ ਸਾਲਾਂ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵਾਂਗਡੋਰ ਸੰਭਾਲੀ ਸੀ? 19 ਸਾਲ, 12 ਸਾਲ, 17 ਸਾਲ ਜਾਂ ਫਿਰ 14 ਸਾਲ? ਮਹਾਰਾਜਾ ਰਣਜੀਤ ਸਿੰਘ ਨੇ ਵਾਂਗਡੋਰ ਸੰਭਾਲੀ ਸੀ 17 ਸਾਲ ਦੀ ਉਮਰ ਵਿੱਚ। ਅਗਲਾ ਪ੍ਰਸ਼ਨ ਆਪਣਾ 48 ਨੰਬਰ। ਪਹਿਲਾ ਸਿੱਖ ਐਂਗਲੋ ਯੁੱਧ ਕਦੋਂ ਹੋਇਆ? 45-46, 48-49, 38-39, 48-49? ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀ? ਇਹਦਾ ਜੋ ਸਹੀ ਉੱਤਰ ਆਪਣਾ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਸੀ 1845-46 ਦੇ ਵਿੱਚ। ਅਗਲਾ ਸਵਾਲ ਆਪਣਾ
ਪਹਿਲੇ ਐਂਗਲੋ ਸਿੱਖ ਵਾਰ ਦੀ ਆਖਰੀ ਲੜਾਈ ਕਿਹੜੀ ਸੀ? ਇਹ ਸਵਾਲ ਆਏਗਾ। ਜਿਹੜਾ ਐਂਗਲੋ ਸਿੱਖ ਯੁੱਧ ਪਹਿਲਾ ਹੋਇਆ, ਦੂਜਾ ਹੋਇਆ, ਉਹਨਾਂ ਦੀਆਂ ਲੜਾਈਆਂ ਪੁੱਛੀਆਂ ਜਾਂਦੀਆਂ, ਜਾਂ ਪਹਿਲੇ ਦੀ ਪਹਿਲੀ ਲੜਾਈ ਕਿਹੜੀ ਸੀ ਜਾਂ ਆਖਰੀ, ਜਾਂ ਫਿਰ ਦੂਜੇ ਦੀ ਪਹਿਲੀ ਜਾਂ ਆਖਰੀ ਲੜਾਈ ਕਿਹੜੀ ਸੀ, ਜਾਂ ਨਿਰਣਾਇਕ ਲੜਾਈ ਕਿਹੜੀ ਸੀ ਜਿਹਨੇ ਫੈਸਲਾ ਕਰ ਦਿੱਤਾ ਸੀ ਕਿ ਹੁਣ ਪੰਜਾਬ ਉੱਪਰ ਅੰਗਰੇਜ਼ ਰਾਜ ਕਰਨਗੇ, ਜਾਂ ਫਿਰ ਸਿੱਖਾਂ ਨੇ ਕਿਹੜੀ ਲੜਾਈ ਜਿੱਤੀ ਸੀ, ਜਾਂ ਫਿਰ ਅੰਗਰੇਜ਼ਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਹੜੀ ਲੜਾਈ ਵਿੱਚ ਹੋਇਆ ਸੀ, ਜਾਂ ਸਿੱਖਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਹੜੀ ਲੜਾਈ ਵਿੱਚ ਹੋਇਆ ਸੀ, ਜਾਂ ਤੋਪਾਂ ਦੀ ਵਰਤੋਂ ਕਿਹੜੀ ਲੜਾਈ ਵਿੱਚ ਹੋਈ ਸੀ, ਪਹਿਲੀ ਲੜਾਈ ਕਦੋਂ ਹੋਈ ਸੀ, ਪਹਿਲੇ ਦੀ ਜਾਂ ਦੂਜੇ ਦੀ ਪਹਿਲੀ ਲੜਾਈ ਕਿੰਨੀ ਤਰੀਕ ਨੂੰ ਹੋਈ ਸੀ। ਇਹ 8-9 ਸਵਾਲ ਬਣਦੇ ਆ, ਚੰਗੀ ਤਰ੍ਹਾਂ ਯਾਦ ਕਰ ਲੈਣਾ। ਇੱਕ ਸਵਾਲ ਹਰ ਹਾਲ ਵਿੱਚ ਆਏਗਾ ਅਤੇ ਤੁਹਾਡੀਆਂ ਉਂਗਲਾਂ 'ਤੇ ਇਹ ਤਰੀਕਾਂ ਜਿਹੜੀਆਂ ਤੁਹਾਨੂੰ ਯਾਦ ਹੋਣ। ਪਹਿਲੇ ਐਂਗਲੋ ਸਿੱਖ ਵਾਰ ਦੀ ਜੋ ਲੜਾਈ ਸੀ ਆਖਰੀ ਸਭਰਾਉਂ ਦੀ ਲੜਾਈ ਸੀ। ਪਹਿਲੇ ਦੀ ਆਖਰੀ ਲੜਾਈ ਸਭਰਾਉਂ ਦੀ। ਸਿੱਖਾਂ ਨੇ ਦਿੱਲੀ ਉੱਪਰ ਕਿੰਨੀ ਵਾਰ ਰਾਜ ਕੀਤਾ? 11 ਵਾਰ, 9 ਵਾਰ, 18 ਵਾਰ, 5 ਵਾਰ। ਸਿੱਖਾਂ ਨੇ ਦਿੱਲੀ ਉੱਪਰ ਕਿੰਨੀ ਵਾਰ ਰਾਜ ਕੀਤਾ? 11 ਵਾਰ ਨਹੀਂ ਆਏਗਾ ਇਸ ਦਾ ਉੱਤਰ, ਨਾ ਹੀ 9 ਵਾਰ, ਇਸ ਦਾ ਉੱਤਰ ਆਏਗਾ 18 ਵਾਰ ਸਿੱਖਾਂ ਨੇ ਦਿੱਲੀ ਉੱਪਰ ਰਾਜ ਕੀਤਾ। ਅੱਗੇ ਲਾਲ ਕਿਲੇ ਦਾ ਨਿਰਮਾਣ ਕਿਸ ਨੇ ਕਰਵਾਇਆ? ਜਹਾਂਗੀਰ ਨੇ, ਕੁਤਬਦੀਨ ਐਬਕ ਨੇ, ਸ਼ਾਹਜਹਾਂ ਨੇ, ਅਕਬਰ ਨੇ। ਇਹਦਾ ਜੋ ਸਹੀ ਉੱਤਰ ਲਾਲ ਕਿਲੇ ਦਾ ਨਿਰਮਾਣ ਕਰਵਾਇਆ ਸ਼ਾਹਜਹਾਂ ਨੇ। ਮਹਾਰਾਜਾ ਰਣਜੀਤ ਸਿੰਘ ਫੋਰਟ ਕਿੱਥੇ ਸਥਿਤ ਹੈ? ਮਹਾਰਾਜਾ ਰਣਜੀਤ ਸਿੰਘ ਕਿਲ੍ਹਾ ਇਹ ਕਿੱਥੇ ਸਥਿਤ ਹੈ? ਲਾਹੌਰ ਦੇ ਵਿੱਚ, ਪਟਿਆਲਾ, ਕਾਂਗੜਾ, ਫਿਲੌਰ। ਗਰਮੀ ਜ਼ਿਆਦਾ ਕਰਕੇ ਕਈ ਵਾਰੀ ਬੰਦੇ ਦੀ ਹੈ ਨਾ ਐਨਰਜੀ ਹੈ ਜਿਹੜੀ ਸਮਰੱਥਾ ਘੱਟ ਜਾਂਦੀ ਹੈ, ਇਸ ਕਰਕੇ ਉਹ ਗਲੂਕੋਨ ਡੀ ਵਗੈਰਾ ਹੁੰਦੇ ਆ ਉਹ ਪੀ ਲੈਣੇ ਚਾਹੀਦੇ 1-2 ਚਮਚੇ, ਜਾਂ ORS ਹੁੰਦਾ ਵੈਸੇ ਹੀ ਪੀ ਲੈਣਾ ਚਾਹੀਦਾ, ਮਾੜਾ ਨਹੀਂ ਹੁੰਦਾ। 1 ਚਮਚਾ ਪਾ ਕੇ ਪਾਣੀ ਦੇ ਵਿੱਚ ਦੁਪਹਿਰੇ ਜੇ ਪੀ ਲਵੇ, ਨਿੰਬੂ ਪਾਣੀ ਐਨਰਜੀ ਦਿੰਦਾ ਲੰਮਾ ਸਮਾਂ। ਮਹਾਰਾਜਾ ਰਣਜੀਤ ਸਿੰਘ ਫੋਰਟ ਫਿਲੌਰ ਦੇ ਵਿੱਚ। ਪੰਜਾਬ ਵੇਲੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਜਦੋਂ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਇਆ ਗਿਆ ਤਾਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? 53 ਨੰਬਰ ਪ੍ਰਸ਼ਨ। ਇਹ ਗੱਲ ਮੈਂ ਤੁਹਾਨੂੰ ਤਾਂ ਕਹੀ ਹੈ ਕਿ ਕੁਝ ਵਿਦਿਆਰਥੀ ਨੂੰ ਲੱਗਦਾ ਰਹਿੰਦਾ ਕਿ ਜ਼ਿਆਦਾ ਸਮਾਂ ਲੱਗ ਗਿਆ ਜਾਂ ਅਕੇਵਾਂ ਮਹਿਸੂਸ ਹੁੰਦਾ ਕੁਝ ਵਿਦਿਆਰਥੀਆਂ ਨੂੰ, ਤਾਂ ਮੈਂ ਵੀ ਵੀਡੀਓ ਬਣਾ ਰਿਹਾ, ਮੈਨੂੰ ਕੋਈ ਅਕੇਵਾਂ ਨਹੀਂ ਹੋ ਰਿਹਾ, ਕੁਝ ਨਹੀਂ ਮਹਿਸੂਸ ਹੋ ਰਿਹਾ। ਮਤਲਬ ਪੜ੍ਹਾਈ 3 ਘੰਟੇ ਇਸੇ ਤਰ੍ਹਾਂ ਬੈਠਾ ਰਹਾਂ, 1 ਸਕਿੰਟ ਲਈ ਵੀ ਵੀਡੀਓ ਨੂੰ ਮੈਂ ਕੱਟਦਾ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਬੈਠਾ ਰਹਿਣਾ, ਪੱਖਾ ਹੀ ਬੰਦ ਕੀਤਾ ਹੋਇਆ, ਯਾਨੀ ਕਿ ਐਂ ਪਸੀਨਾ ਨੁਚੜ ਰਿਹਾ, ਪਰ ਫਿਰ ਵੀ ਪੜ੍ਹਾਈ ਦੇ ਮਾਮਲੇ 'ਚ ਮੈਂ ਅੱਕਦਾ ਥੱਕਦਾ ਨਹੀਂ। ਇਹਦਾ ਸਹੀ ਉੱਤਰ 53 ਨੰਬਰ ਦਾ ਲਾਰਡ ਡਲਹੌਜੀ ਸੀ। ਭਾਰਤੀ ਕ੍ਰਾਂਤੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਜਵਾਹਰ ਲਾਲ ਨਹਿਰੂ ਨੂੰ, ਮਹਾਤਮਾ ਗਾਂਧੀ ਨੂੰ, ਬਾਲ ਗੰਗਾਧਰ ਤਿਲਕ ਨੂੰ, ਜਾਂ ਫਿਰ ਵੱਲਭ ਭਾਈ ਪਟੇਲ ਨੂੰ। ਕਿਸ ਨੂੰ ਕਿਹਾ ਜਾਂਦਾ? ਭਾਰਤੀ ਕ੍ਰਾਂਤੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਇਹਦਾ ਸਹੀ ਉੱਤਰ ਆਵੇਗਾ ਭਾਰਤੀ ਕ੍ਰਾਂਤੀ ਦਾ ਪਿਤਾਮਾ ਕਿਹਾ ਜਾਂਦਾ ਬਾਲ ਗੰਗਾਧਰ ਤਿਲਕ ਨੂੰ। ਮੇਕਰ ਆਫ ਮਾਡਰਨ ਇੰਡੀਆ ਕਿਸ ਨੂੰ ਕਿਹਾ ਜਾਂਦਾ? ਮੇਕਰ ਆਫ ਮਾਡਰਨ ਇੰਡੀਆ, ਇਸ ਦੇ ਬਹੁਤ ਸਾਰੇ ਉੱਤਰ ਹੈ। ਇੱਕ ਤਾਂ ਹੈ ਮੇਕਰ ਆਫ ਮਾਡਰਨ ਇੰਡੀਆ, ਇੱਕ ਹੁੰਦਾ ਫਾਦਰ ਆਫ ਮਾਡਰਨ ਇੰਡੀਆ। ਫਾਦਰ ਆਫ ਮਾਡਰਨ ਇੰਡੀਆ ਵੀ ਬਹੁਤ ਹੈ, ਉਹਨਾਂ ਦੀ ਵੀ ਗਿਣਤੀ ਕਾਫੀ ਹੈ। ਆਪਾਂ ਇਹਨਾਂ 'ਚੋਂ ਦੇਖਣਾ ਅੰਗਰੇਜ਼ਾਂ ਦੇ ਵਿੱਚੋਂ ਕਿਸ ਨੂੰ ਕਿਹਾ ਜਾਂਦਾ ਮੇਕਰ ਆਫ ਮਾਡਰਨ ਇੰਡੀਆ। ਲਾਰਡ ਰਿਪਨ, ਲਾਰਡ ਡਲਹੌਜੀ, ਮਾਊਂਟ ਬੇਟਨ, ਰਾਧਾ ਕ੍ਰਿਸ਼ਨਨ। ਇਹ ਲਾਰਡ ਰਿਪਨ ਵੀ ਕਾਫੀ ਬਾਕੀ ਅੰਗਰੇਜ਼ਾਂ ਨਾਲੋਂ ਠੀਕ ਸੀ ਬੰਦਾ, ਇਸ ਦੀ ਵੀ ਦੇਣ ਹੈ, ਇਸ ਬਾਰੇ ਵੀ ਪੜ੍ਹ ਲੈਣਾ। ਲਾਰਡ ਰਿਪਨ ਕਿਤੋਂ ਨਾ ਵੀ ਮਿਲੇ ਤਾਂ ਗੂਗਲ ਉੱਪਰ ਸਰਚ ਕਰ ਲਈਦਾ ਹੁੰਦਾ ਲਾਰਡ ਰਿਪਨ, ਪੰਜਾਬੀ 'ਚ ਨਾ ਮਿਲੇ ਤਾਂ ਹਿੰਦੀ 'ਚ ਨਾ ਮਿਲੇ ਤਾਂ ਫਿਰ ਅੰਗਰੇਜ਼ੀ ਦੇ ਵਿੱਚ। ਹਿੰਦੀ 'ਚ ਲਗਭਗ ਮਿਲ ਜਾਂਦਾ, ਹਿੰਦੀ ਵਿੱਚ ਪੜ੍ਹ ਲਵੇ ਲਾਰਡ ਰਿਪਨ। ਮੇਕਰ ਆਫ ਮਾਡਰਨ ਇੰਡੀਆ ਕਿਹਾ ਜਾਂਦਾ। ਆਪਣਾ ਹੈ ਸਵਾਲ ਨੰਬਰ ਓਕੇ
53 ਤੋਂ ਬਾਅਦ 54, 54 ਤੋਂ ਬਾਅਦ ਫਿਰ 52, 53 ਸ਼ੁਰੂ ਹੋ ਗਏ ਆਪਣੇ, ਮਤਲਬ 53 ਤੋਂ ਬਾਅਦ ਹੋਣਾ ਸੀ 56, 57, 58। 4 ਸਵਾਲ ਜ਼ਿਆਦਾ, ਇਹਦਾ ਮਤਲਬ ਇਹਦੇ ਵਿੱਚ ਹੈਗੇ ਆ 75 ਦੀ ਬਜਾਏ 54 ਤੋਂ ਬਾਅਦ 55 ਹੋਣਾ ਸੀ 3, 78 ਸਵਾਲ ਹੈ ਇਹਦੇ ਵਿੱਚ। ਇਸ ਕਰਕੇ ਉਸ ਗਿਣਤੀ ਦੇ ਹਿਸਾਬ ਨਾਲ ਬਣਾ ਲੈਣਾ। 78 ਸਵਾਲਾਂ 'ਚੋਂ ਕਿੰਨੇ ਗਲਤ ਜਾਂਦੇ ਆ, ਇਹਦਾ ਮਤਲਬ ਤੁਹਾਡੇ 67 68 ਤੋਂ ਉੱਪਰ ਠੀਕ ਜਾਣੇ ਚਾਹੀਦੇ ਸਵਾਲ, 65 ਤੋਂ ਉੱਪਰ। ਤਾਂ ਜਿਹੜੀ ਆਪਾਂ ਪਰਸੈਂਟੇਜ ਕੱਢਾਂਗੇ ਫਿਰ ਉਹ ਆਪਾਂ 78 ਸਵਾਲਾਂ ਦੇ ਵਿੱਚੋਂ ਕੱਢਾਂਗੇ। ਮੇਕਰ ਆਫ ਮਾਡਰਨ ਇੰਡੀਆ ਕਿਹਾ ਜਾਂਦਾ ਲਾਰਡ ਡਲਹੌਜੀ ਨੂੰ। ਇਹ ਨਾ ਆਪਣਾ ਇੱਥੇ 54 ਸੀ, 54 ਤੋਂ ਬਾਅਦ ਫਿਰ ਆਪਣਾ 52 ਸ਼ੁਰੂ ਹੋ ਗਿਆ, ਫਿਰ 53, 54 ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ ਸੀ 55। ਅੱਗੇ ਹੈ ਹੜੱਪਾ ਸੱਭਿਅਤਾ ਦੇ ਖੰਡਰ ਕਿਸ ਦਰਿਆ ਦੇ ਕੰਢੇ ਪਾਏ ਗਏ। ਹੜੱਪਾ ਸੱਭਿਅਤਾ ਦੇ ਖੰਡਰ ਕਿਸ ਦਰਿਆ ਦੇ ਕੰਢੇ ਪਾਏ ਗਏ। ਰਾਵੀ, ਚਨਾਬ, ਜੇਹਲਮ, ਸਤਲੁਜ। ਇਹਦਾ ਜੋ ਸਹੀ ਉੱਤਰ ਹੜੱਪਾ ਸੱਭਿਅਤਾ ਦੇ ਖੰਡਰ ਪਾਏ ਗਏ ਰਾਵੀ ਦਰਿਆ ਦੇ ਕੰਢੇ ਤੋਂ। ਵਿਸ਼ਾਲ ਇਸ਼ਨਾਨ ਘਰ ਕਿੱਥੋਂ ਮਿਲਿਆ। ਹੜੱਪਾ ਤੋਂ, ਮੋਹਨਜੋਦੜੋ ਤੋਂ, ਲੋਥਲ ਤੋਂ, ਗੁਜਰਾਤ ਤੋਂ। ਵਿਸ਼ਾਲ ਇਸ਼ਨਾਨ ਘਰ, ਇਹ ਸਵਾਲ ਵੀ ਪੁੱਛ ਲਿਆ ਜਾਂਦਾ, ਲਗਭਗ ਹਰ ਪੇਪਰ ਵਿੱਚ ਹੀ ਆ ਜਾਂਦਾ ਹੈ। ਫਿਰ ਵੀ ਕੁਝ ਵਿਦਿਆਰਥੀਆਂ ਦਾ ਗਲਤ ਹੋ ਜਾਂਦਾ ਹੈ। ਮੋਹਨਜੋਦੜੋ, ਮੋਹਨਜੋਦਾੜੋ ਜਾਂ ਜੋਦੜੋ, ਇੱਥੋਂ ਮਿਲਿਆ ਸੀ ਵੱਡਾ ਇਸ਼ਨਾਨ ਘਰ। ਅੱਗੇ ਮੋਹਨਜੋਦੜੋ ਦੇ ਖੰਡਰ ਕਿਸ ਨਦੀ ਦੇ ਤੱਟ ਉੱਪਰ ਪਾਏ ਗਏ। ਉੱਪਰ ਆਪਾਂ ਕੀਤਾ ਸੀ ਹੜੱਪਾ ਦੇ ਖੰਡਰ ਕਿੱਥੋਂ ਪਾਏ ਗਏ ਸੀ, ਰਾਵੀ ਨਦੀ। ਹੁਣ ਆਪਾਂ ਕਰ ਰਹੇ ਹਾਂ ਜਿਹੜਾ ਆਹ ਮੋਹਨਜੋਦੜੋ, ਇਹਦੇ ਖੰਡਰ ਕਿੱਥੋਂ ਪਾਏ ਗਏ ਸੀ। ਸਿੰਧੂ, ਬਿਆਸ, ਰਾਵੀ, ਚਨਾਬ ਕਿਹੜੀ ਨਦੀ ਹੈ। ਇਹਦਾ ਸਹੀ ਉੱਤਰ ਤੁਸੀਂ ਜਾਣਦੇ ਹੋ, ਸਿੰਧੂ ਨਦੀ ਦੇ ਕੰਢੇ ਪਾਏ ਗਏ ਮੋਹਨਜੋਦੜੋ ਦੇ ਖੰਡਰ। ਅਗਲਾ ਪ੍ਰਸ਼ਨ ਆਪਣਾ, ਹੜੱਪਾ ਸੱਭਿਅਤਾ ਕਿਹੜੇ ਯੁੱਗ ਦੀ ਸੀ। ਨਵ ਪਾਸ਼ਣ ਯੁੱਗ, ਪੁਰਾ ਪਾਸ਼ਣ ਯੁੱਗ, ਕਾਂਸਾ ਯੁੱਗ ਜਾਂ ਫਿਰ ਲੋਹਾ ਯੁੱਗ। ਇਹਦਾ ਉੱਤਰ ਵੀ ਤੁਸੀਂ ਜਾਣਦੇ ਹੋ, ਕਾਂਸਾ ਯੁੱਗ ਨਾਲ ਸੰਬੰਧਿਤ ਹੈ ਹੜੱਪਾ ਸੱਭਿਅਤਾ। ਹੜੱਪਾ ਸੱਭਿਅਤਾ ਦੇ ਲੋਕ ਸੀ ਕਿਹੜੇ ਲੋਕ ਸੀ ਹੜੱਪਾ ਸੱਭਿਅਤਾ ਦੇ। ਪੇਂਡੂ, ਖਾਨਾ ਬਦੋਸ਼, ਸ਼ਹਿਰੀ ਜਾਂ ਫਿਰ ਜਨਜਾਤੀ ਲੋਕ ਸੀ। ਹੜੱਪਾ ਸੱਭਿਅਤਾ ਦੇ ਲੋਕ ਪੇਂਡੂ ਸੀ, ਸ਼ਹਿਰੀ ਸੀ, ਖਾਨਾ ਬਦੋਸ਼ ਜਾਂ ਫਿਰ ਜਨਜਾਤੀ। ਜਿਨ੍ਹਾਂ ਨੇ ਚੰਗੀ ਤਰ੍ਹਾਂ ਪ੍ਰਸ਼ਨ ਯਾਦ ਕੀਤਾ ਉਹਨਾਂ ਨੂੰ ਯਾਦ ਹੋਵੇਗਾ ਕਿ ਹੜੱਪਾ ਸੱਭਿਅਤਾ ਦੇ ਲੋਕ ਸੀਗੇ ਜਿਹੜੇ ਉਹ ਸ਼ਹਿਰੀ ਸੱਭਿਅਤਾ ਦੇ ਲੋਕ ਸੀ। ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਦਾ ਮੁੱਖ ਧੰਦਾ ਕੀ ਸੀ। ਖੇਤੀਬਾੜੀ, ਮਜ਼ਦੂਰੀ, ਲੁੱਟ ਖੋਹ, ਵਪਾਰ। ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਦਾ ਮੁੱਖ ਕੰਮ ਧੰਦਾ ਕੀ ਸੀ। ਇਹਦਾ ਸਹੀ ਉੱਤਰ ਇਹ ਲੋਕ ਸੀ ਵਪਾਰ ਕਰਨ ਵਾਲੇ, ਵਪਾਰੀ ਲੋਕ ਸੀ। ਲੋਥਲ ਕਿਸ ਲਈ ਪ੍ਰਸਿੱਧ ਸੀ। ਇਹ ਸੱਭਿਅਤਾ ਦੇ ਵਿੱਚ ਜਿਹੜਾ ਲੋਥਲ ਮਿਲਿਆ ਕਿਸ ਚੀਜ਼ ਦੇ ਲਈ ਪ੍ਰਸਿੱਧ ਸੀ। ਕਪਾਹ ਦੀ ਖੇਤੀ ਲਈ, ਮੰਦਰ ਨਿਰਮਾਣ ਦੇ ਲਈ, ਮੂਰਤੀ ਨਿਰਮਾਣ ਦੇ ਲਈ, ਬੰਦਰਗਾਹ ਦੇ ਲਈ। ਲੋਥਲ ਆ ਜੋ ਇਹ ਪ੍ਰਸਿੱਧ ਸੀ, ਇੱਥੇ ਸੀ ਇੱਕ ਬੰਦਰਗਾਹ। ਥੋੜੇ ਰਹਿ ਗਏ ਪ੍ਰਸ਼ਨ ਆਪਣੇ 10-15। ਮਹਾਤਮਾ ਬੁੱਧ ਦਾ ਪੂਰਾ ਜਾਂ ਅਸਲੀ ਨਾਮ ਕੀ ਸੀ। ਇਹ ਪ੍ਰਸ਼ਨ ਜ਼ਰੂਰ ਆ ਜਾਂਦਾ। ਰਾਹੁਲ ਸੀ, ਮਹਾਵੀਰ ਸਵਾਮੀ ਸੀ, ਸਿਧਾਰਥ ਗੌਤਮ ਸੀ ਜਾਂ ਫਿਰ ਗੌਤਮ ਬੁੱਧ ਸੀ। ਮਹਾਤਮਾ ਬੁੱਧ ਦਾ ਅਸਲੀ ਨਾਮ ਕਿਹੜਾ ਸੀ। ਇਹ ਤਾਂ ਲਗਭਗ ਵਿਦਿਆਰਥੀ ਕਰ ਲੈਂਦੇ ਆ। ਸਵਾਮੀ ਮਹਾਵੀਰ ਨਾਲ ਸੰਬੰਧਿਤ ਵੀ ਪ੍ਰਸ਼ਨ ਆਉਂਦਾ ਇਸ ਤਰ੍ਹਾਂ ਦਾ ਇੱਕ। ਮਹਾਤਮਾ ਬੁੱਧ ਦਾ ਜੋ ਨਾਮ ਸੀ ਉਹ ਸੀ ਸਿਧਾਰਥ, ਇਹਨਾਂ ਦਾ ਅਸਲੀ ਨਾਮ ਸੀ। ਜੈਨ ਧਰਮ ਦਾ ਪਹਿਲਾ ਤੀਰਥੰਕਰ ਕੌਣ ਸੀ। ਪਹਿਲਾ, 23ਵਾਂ ਤੇ 24ਵਾਂ, ਤਿੰਨ ਪੁੱਛੇ ਜਾਂਦੇ ਇਹਨਾਂ ਦੇ।
23ਵਾਂ ਤੇ ਪਹਿਲੇ ਦਾ ਨਾਮ ਆਪਸ ਵਿੱਚ ਮਿਲਦਾ ਜੁਲਦਾ, ਇਹਨਾਂ ਨੂੰ ਧਿਆਨ ਨਾਲ ਯਾਦ ਕਰਨਾ ਪੈਂਦਾ। ਚਲੋ ਦੇਖੋ ਕੀ ਉੱਤਰ ਆਵੇਗਾ। ਜੈਨ ਧਰਮ ਦਾ ਪਹਿਲਾ ਤੀਰਥੰਕਰ ਕੌਣ ਸੀ? ਪਾਰਸ਼ਵਨਾਥ, ਸਵਾਮੀ ਮਹਾਵੀਰ, ਰਿਸ਼ਵਨਾਥ, ਮਹਾਤਮਾ ਬੁੱਧ। 24 ਤੀਰਥੰਕਰ ਹੋਏ ਆ, ਪਹਿਲਾ 23ਵਾਂ ਤੇ 24ਵਾਂ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਨਾਮ। ਇਹਦਾ ਜੋ ਸਹੀ ਉੱਤਰ ਪਹਿਲਾ ਸੀ ਜੋ ਉਹ ਸੀ ਰਿਸ਼ਵਨਾਥ। ਰਿਸ਼ਵਨਾਥ ਪਹਿਲਾ, ਪਾਰਸ਼ਵਨਾਥ 23ਵਾਂ ਤੇ ਮਹਾਵੀਰ 24ਵਾਂ। ਅਗਲਾ ਪ੍ਰਸ਼ਨ ਦੇਖੋ, ਧਿਆਨ ਨਾਲ ਕਰਨਾ, ਪੁੱਛਿਆ ਜਾਵੇਗਾ। ਮਹਾਤਮਾ ਬੁੱਧ ਦਾ ਲਗਭਗ ਪੁੱਛ ਲਿਆ ਗਿਆ, ਕਾਫੀ ਵਾਰ ਇਹ ਪੁੱਛਿਆ ਜਾ ਸਕਦਾ। ਸਵਾਮੀ ਮਹਾਵੀਰ ਦਾ ਅਸਲੀ ਨਾਮ ਕੀ ਸੀ? ਸਿਧਾਰਥ, ਪਾਰਸ਼ਵਨਾਥ, ਸੁਸ਼ੋਧਨ ਜਾਂ ਫਿਰ ਵਰਧਮਾਨ। ਇਹਦਾ ਜੋ ਸਹੀ ਉੱਤਰ ਵਰਧਮਾਨ। ਅਸ਼ੋਕ ਦੇ ਸਾਮਰਾਜ ਦੀ ਰਾਜਧਾਨੀ ਕਿਹੜੀ ਸੀ? ਮਗਧ, ਕਲਿੰਗਾ, ਅਵਧ, ਪਾਟਲੀਪੁੱਤਰ। ਕਿਹੜੀ ਰਾਜਧਾਨੀ ਸੀ ਅਸ਼ੋਕ ਦੇ ਰਾਜ ਦੀ? ਅਗਲਾ ਪ੍ਰਸ਼ਨ, ਰਾਜਤੰਤਰਗਿਨੀ ਦਾ ਲੇਖਕ ਕੌਣ ਸੀ? ਭਾਸਾ, ਕਾਲੀਦਾਸ, ਸੋਮਦੇਵ, ਕਲਹਨ। ਅਸ਼ੋਕ ਦੇ ਸਾਮਰਾਜ ਦੀ ਰਾਜਧਾਨੀ ਸੀ ਪਾਟਲੀਪੁੱਤਰ। ਰਾਜਤੰਤਰਗਿਨੀ ਦਾ ਲੇਖਕ ਸੀ ਕਲਹਨ। ਗੁਪਤ ਸਾਮਰਾਜ ਦਾ ਵੀ ਪ੍ਰਸ਼ਨ ਆ ਜਾਂਦਾ। ਗੁਪਤ ਸਾਮਰਾਜ ਦਾ ਸੰਸਥਾਪਕ ਕੌਣ ਸੀ? ਪਹਿਲਾ ਸ਼ਾਸਕ ਮਤਲਬ ਸੰਸਥਾਪਕ ਕੌਣ ਸੀ ਗੁਪਤ ਸਾਮਰਾਜ ਦਾ? ਚੰਦਰਗੁਪਤ ਪਹਿਲਾ, ਕੁਤਬਦੀਨ ਐਬਕ, ਇਲਤੁਤਮਿਸ ਜਾਂ ਫਿਰ ਅਸ਼ੋਕ ਸਮਰਾਟ। ਇਹਦਾ ਜੋ ਸਹੀ ਉੱਤਰ ਚੰਦਰਗੁਪਤ ਪਹਿਲਾ ਸੀ ਗੁਪਤ ਸਾਮਰਾਜ ਦਾ ਸੰਸਥਾਪਕ। ਸੁੰਗ ਵੰਸ਼ ਸੰਬੰਧਿਤ ਸੀ, ਇਹ ਪ੍ਰਸ਼ਨ ਯਾਦ ਰੱਖ ਲੈਣਾ, ਇਹ ਪੁੱਛਿਆ ਜਾਂਦਾ। ਸੁੰਗ ਵੰਸ਼ ਦਾ ਸੰਬੰਧ ਸੀ ਵੈਸ਼ ਨਾਲ, ਕਸ਼ਤਰੀ ਨਾਲ, ਸ਼ੂਦਰਾਂ ਨਾਲ, ਬ੍ਰਾਹਮਣਾਂ ਨਾਲ। ਕੌਣ ਸੀ ਸ਼ੁੰਗ ਵੰਸ਼ ਵਾਲੇ? ਸ਼ੁੰਗ ਵੰਸ਼ ਦੇ ਵੰਸ਼ ਵਾਲੇ ਸੰਬੰਧਿਤ ਸੀ ਬ੍ਰਾਹਮਣ। ਇਹ ਬ੍ਰਾਹਮਣ ਲੋਕ ਸੀ। ਵਿੰਗਸ ਆਫ ਫਾਇਰ ਕਿਸ ਦੀ ਸਵੈ ਜੀਵਨੀ ਹੈ? ਬਹੁਤ ਪ੍ਰਸਿੱਧ ਸਵੈ ਜੀਵਨੀ ਹੈ। ਕਾਰਲ ਮਾਰਕਸ ਦੀ, APJ ਅਬਦੁਲ ਕਲਾਮ, ਮਹਾਤਮਾ ਗਾਂਧੀ ਜਾਂ ਫਿਰ ਸਵਾਮੀ ਦਇਆਨੰਦ। ਵਿੰਗਸ ਆਫ ਫਾਇਰ। ਇਸਦਾ ਸਹੀ ਉੱਤਰ APJ ਅਬਦੁਲ ਕਲਾਮ, ਇਹਨਾਂ ਦੀ ਸਵੈ ਜੀਵਨੀ ਹੈ। ਚੀਨੀ ਯਾਤਰੀ ਫਾਹਿਆਨ ਕਿਸ ਸ਼ਾਸਕ ਦੇ ਸਮੇਂ ਭਾਰਤ ਆਇਆ? ਚੀਨੀ ਯਾਤਰੀ ਸੀ ਫਾਹਿਆਨ। ਚੰਦਰਗੁਪਤ ਦੂਜਾ, ਚੰਦਰਗੁਪਤ ਮੌਰੀਆ, ਹਰਸ਼ਵਰਧਨ, ਬਿੰਦੂਸਾਰ। ਸਵਾਲ ਤਾਂ ਇਸੇ ਤਰ੍ਹਾਂ ਹੀ ਹੁੰਦੇ ਆ, ਕਈ ਵਾਰੀ ਇਹਨੂੰ ਔਖਾ ਕਰਨਾ ਹੋਵੇ ਤਾਂ ਕਦੋਂ ਆਇਆ ਪੁੱਛ ਲੈਂਦੇ ਆ। ਫਾਹਿਆਨ। ਆਪਾਂ ਕਰਨਾ ਚੀਨੀ ਯਾਤਰੀ ਕਿਹੜੇ ਸ਼ਾਸਕ ਦੇ ਸਮੇਂ ਆਇਆ ਸੀ ਭਾਰਤ? ਇਹਦਾ ਸਹੀ ਉੱਤਰ ਚੰਦਰਗੁਪਤ ਦੂਜੇ ਦੇ ਸਮੇਂ ਆਇਆ। ਯੂਨਾਨੀ ਰਾਜਦੂਤ ਮੈਗਥਨੀਜ਼ ਕਿਸ ਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀ? ਯੂਨਾਨੀ ਰਾਜਦੂਤ। ਚੰਦਰਗੁਪਤ ਮੌਰੀਆ ਦੇ ਸਮੇਂ, ਬਿੰਦੂਸਾਰ ਦੇ ਸਮੇਂ, ਹਰਸ਼ਵਰਧਨ ਦੇ ਸਮੇਂ ਜਾਂ ਫਿਰ ਅਸ਼ੋਕ ਦੇ ਸਮੇਂ। ਹੁਣ ਦੇਖੋ ਕਿੰਨਾ ਖੁੱਲ੍ਹਾ ਡੁੱਲਾ ਟਾਈਮ ਆ ਤੁਹਾਡੇ ਕੋਲ। ਫਿਰ ਵੀ ਇੱਕ ਦੋ ਸਵਾਲ ਤੁਹਾਡੇ ਤੋਂ ਜੇ ਜਾਣੇ ਅਣਜਾਣੇ ਵਿੱਚ ਗਲਤ ਹੋ ਰਹੇ ਆ ਤਾਂ ਇਹਦਾ ਮਤਲਬ ਤੁਸੀਂ ਟੈਸਟ ਵਗੈਰਾ ਘੱਟ ਕਰਦੇ ਹੋ, ਤਾਂ ਪੇਪਰ ਦੇ ਵਿੱਚ ਇਸ ਤੋਂ ਘੱਟ ਸਮਾਂ ਹੁੰਦਾ ਆਪਣੇ ਕੋਲ। ਇੰਨੇ ਕੁ ਚਿਰ 'ਚ ਲਗਭਗ ਦੋਨੇ ਭਾਗ ਕਰਨੇ ਹੁੰਦੇ ਆਪਾਂ, ਅਤੇ ਉਦੋਂ ਜ਼ਿਆਦਾ ਗਲਤੀਆਂ ਹੋ ਜਾਂਦੀਆਂ। ਆਉਂਦੇ ਹੋਏ ਸਵਾਲ ਜਿਹੜੇ ਗਲਤ ਹੁੰਦੇ ਆ ਕਾਹਲੀ ਕਰਕੇ, ਕਿਉਂਕਿ ਹੁਣ ਖੁੱਲ੍ਹਾ ਡੁੱਲਾ ਸਮਾਂ ਫਿਰ ਵੀ ਗਲਤ ਹੋ ਜਾਂਦਾ ਕਈ ਵਾਰ।
ਇਹਦਾ ਮਤਲਬ ਉੱਥੇ ਜ਼ਿਆਦਾ ਗਲਤ ਹੋ ਸਕਦੇ ਆ। ਯੂਨਾਨੀ ਰਾਜਦੂਤ ਮੈਗਥਨੀਜ਼ ਆਇਆ ਸੀ। ਚੰਦਰਗੁਪਤ ਮੌਰੀਆ ਦੇ ਸਮੇਂ। ਦਿੱਲੀ ਨਗਰ ਦੀ ਸਥਾਪਨਾ ਕੀਤੀ ਸੀ, ਇਸ ਨੂੰ ਢਿੱਲੀਕਾ ਕਹਿੰਦੇ ਸੀ। ਦਿੱਲੀਕਾ ਕਿਸ ਨੇ ਇਹਨਾਂ ਦੀ ਸਥਾਪਨਾ ਕੀਤੀ ਸੀ? ਚੌਹਾਨਾਂ ਨੇ, ਸਿੱਖਾਂ ਨੇ, ਜਾਂ ਫਿਰ ਰਾਸ਼ਟਰਕੂਟਾਂ ਨੇ, ਜਾਂ ਫਿਰ ਤੋਮਰਾਂ ਨੇ? ਦਿੱਲੀ ਨਗਰ ਦੀ ਸਥਾਪਨਾ ਕੀਤੀ ਸੀ। ਦਿੱਲੀ ਕਿਹਨੇ ਵਸਾਈ ਸੀ? ਦਿੱਲੀ ਨਗਰ ਸੀ, ਢਿੱਲੀਕਾ ਨਗਰ ਇੱਕ ਨਗਰ ਵਸਾਇਆ ਸੀ ਬਹੁਤ ਸਮਾਂ ਪਹਿਲਾਂ। ਇਹਦਾ ਸਹੀ ਉੱਤਰ ਪ੍ਰਿਥਵੀ ਰਾਜ ਚੌਹਾਨ ਦਾ ਦਰਬਾਰੀ ਕਵੀ ਸੀ ਚੰਦ ਬਰਦਾਈ। ਉਹ ਆਪਾਂ ਕਰਦੇ ਹਾਂ, ਚੰਦ ਬਰਦਾਈ। ਉਸਨੇ ਕਿਤਾਬ ਲਿਖੀ ਪ੍ਰਿਥਵੀ ਰਾਜ ਰਾਸੋ। ਇਹ ਵੀ ਪੁੱਛਿਆ ਜਾਂਦਾ ਸਵਾਲ। ਉਹਦੇ ਅਨੁਸਾਰ ਤੋਮਰ ਰਾਜਾ ਸੀ ਇੱਕ, ਤੋਮਰਾਂ ਨੇ ਵਸਾਈ ਇਹ ਦਿੱਲੀ ਨਗਰੀ। ਅਨੰਗਪਾਲ ਸੀ ਉਹਦਾ ਨਾਮ, ਅਨੰਗਪਾਲ ਰਾਜਾ ਜੋ ਤੋਮਰ ਰਾਜਾ ਸੀ, ਉਹ ਸੰਸਥਾਪਕ ਮੰਨੇ ਜਾਂਦੇ ਆ ਦਿੱਲੀ ਨਗਰ ਦੇ। ਭਾਰਤੀਆਂ ਨੂੰ ਸਥਾਨਕ ਸਵੈ ਸ਼ਾਸਨ ਦਾ ਅਧਿਕਾਰ ਕਿਸ ਨੇ ਦਿੱਤਾ? ਲਾਰਡ ਡਲਹੌਜੀ ਨੇ, ਲਾਰਡ ਰਿਪਨ ਨੇ, ਮਾਊਂਟਬੇਟਨ ਨੇ, ਮਹਾਤਮਾ ਗਾਂਧੀ ਨੇ? ਸਥਾਨਕ ਸਵੈ ਸ਼ਾਸਨ ਦਾ ਅਧਿਕਾਰ ਜਿਸ ਨੇ ਵੀ ਇਹ ਅਧਿਕਾਰ ਦਿੱਤਾ ਉਸਦੇ ਜੀਵਨ ਬਾਰੇ ਪੜ੍ਹ ਲੈਣਾ। ਕਹਿੰਦੇ ਕਿ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਸੀ। ਭਾਰਤ ਦੇ ਲੋਕ ਕਾਫੀ ਦਿਆਲੂ ਇਨਸਾਨ ਸੀ ਅੰਗਰੇਜ਼ਾਂ ਦਾ। ਇਹਦਾ ਜੋ ਸਹੀ ਉੱਤਰ ਆਵੇਗਾ ਲਾਰਡ ਰਿਪਨ। ਭਾਰਤੀਆਂ ਨੂੰ ਸਥਾਨਕ ਸਵੈ ਸ਼ਾਸਨ ਦਾ ਅਧਿਕਾਰ ਦਿਵਾਇਆ ਸੀ। ਜਮਰੌਨ ਦੀ ਲੜਾਈ, ਇਹ ਸਵਾਲ ਆ ਸਕਦਾ ਤੁਹਾਨੂੰ, ਉੱਪਰਲਾ ਵੀ ਪੁੱਛਿਆ ਜਾ ਸਕਦਾ। ਇਹ ਵੀ ਦੋਨੇ ਸਵਾਲ ਜੋ ਜ਼ਿਆਦਾ ਮਹੱਤਵਪੂਰਨ। ਜਮਰੌਨ ਦੀ ਲੜਾਈ ਕਿਹਨਾਂ ਵਿਚਕਾਰ ਹੋਈ ਸੀ? ਮੁਗਲਾਂ ਤੇ ਸਿੱਖਾਂ ਦੇ ਵਿਚਕਾਰ, ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ, ਸਿੱਖਾਂ ਤੇ ਅਫਗਾਨਾਂ ਦੇ ਵਿਚਕਾਰ, ਜਾਂ ਫਿਰ ਸਿੱਖ ਤੇ ਮਰਾਠਿਆਂ ਦੇ ਵਿਚਕਾਰ? 2-3 ਸਵਾਲ ਰਹਿ ਗਏ, ਚੰਗੀ ਤਰ੍ਹਾਂ ਧਿਆਨ ਨਾਲ ਕਰ ਲਵੋ। ਅਗਲੇ ਟੈਸਟਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਫਿਰ ਨੋਟੀਫਿਕੇਸ਼ਨ ਆ ਜਾਂਦਾ। ਨੋਟੀਫਿਕੇਸ਼ਨ ਔਨ ਵੀ ਕਰ ਲੈਣਾ ਆਪਣਾ ਐਪ ਦਾ, YouTube ਦਾ। ਉੱਪਰ ਸੈਟਿੰਗ ਦੀ ਆਪਸ਼ਨ ਹੁੰਦੀ ਹੈ, ਫਿਰ ਜੋ ਵੀ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੁੰਦਾ ਉਹਦਾ ਨੋਟੀਫਿਕੇਸ਼ਨ ਆਉਣ ਲੱਗ ਜਾਂਦਾ। ਨਹੀਂ ਵੀ ਆਉਂਦਾ ਕਈ ਵਾਰੀ ਨੋਟੀਫਿਕੇਸ਼ਨ, ਕਿਉਂਕਿ ਪਹਿਲੀ ਵਾਰੀ ਨੋਟੀਫਿਕੇਸ਼ਨ ਵੀਡੀਓ ਅਪਲੋਡ ਕਰਦੇ ਆ ਤਾਂ 30 ਤੋਂ 40% ਲੋਕਾਂ ਨੂੰ ਨੋਟੀਫਿਕੇਸ਼ਨ ਭੇਜਦੀ ਹੈ YouTube। ਜੇ ਉਹਨਾਂ ਨੂੰ ਵੀਡੀਓ ਪਸੰਦ ਹੋਵੇ, ਚੰਗੀ ਲੱਗੇ, ਫਿਰ ਬਾਕੀਆਂ ਨੂੰ ਵੀ ਨੋਟੀਫਿਕੇਸ਼ਨ ਜਾਣ ਲੱਗ ਜਾਂਦੇ ਆ। ਇਹਦਾ ਜੋ ਸਹੀ ਉੱਤਰ ਆ ਸਿੱਖਾਂ ਤੇ ਅਫਗਾਨਾਂ ਦੇ ਵਿਚਕਾਰ ਹੋਈ ਸੀ ਜਮਰੌਨ ਦੀ ਲੜਾਈ। ਅਫਗਾਨਿਸਤਾਨ ਭਾਰਤ ਤੋਂ ਅਲੱਗ ਕਦੋਂ ਕੀਤਾ ਗਿਆ ਸੀ? ਬਹੁਤ ਹੀ ਮਹੱਤਵਪੂਰਨ ਪ੍ਰਸ਼ਨ। ਨੇਪਾਲ ਕੀਤਾ ਗਿਆ ਸੀ 1904 ਦੇ ਵਿੱਚ। ਅਫਗਾਨਿਸਤਾਨ ਕਦੋਂ ਅਲੱਗ ਕੀਤਾ ਗਿਆ ਸੀ ਭਾਰਤ ਤੋਂ? ਹੋਰ ਵੀ ਸੀ, ਭਾਰਤ ਦੇ ਨਾਲ ਹੀ ਜੁੜੇ ਹੋਏ ਦੇਸ਼ ਸੀ ਜਿਹੜੇ ਗਵਾਂਢੀ ਦੇਸ਼ ਆ। ਪਾਕਿਸਤਾਨ 1947 'ਚ ਹੋਇਆ, ਇਸੇ ਤਰ੍ਹਾਂ ਅਫਗਾਨਿਸਤਾਨ ਵੀ ਹੋਇਆ ਸੀ। ਨੇਪਾਲ 1904 ਦੇ ਵਿੱਚ ਕੀਤਾ ਗਿਆ ਅਲੱਗ। ਦੇਖੋ ਇਸਦਾ ਸਹੀ ਉੱਤਰ ਕੀ ਆਵੇਗਾ। ਅਫਗਾਨਿਸਤਾਨ ਹੈ ਜੋ 1876 ਈਸਵੀ ਦੇ ਵਿੱਚ ਅਲੱਗ ਕੀਤਾ ਗਿਆ ਸੀ। ਇਹਦੇ ਕੁਝ ਹਿੱਸੇ ਆਪਣੇ ਨਾਲ ਸੀਗੇ, ਠੀਕ ਹੈ, ਅਫਗਾਨਿਸਤਾਨ ਦੇ। 1876 ਦੀ ਤਰੀਕ ਯਾਦ ਰੱਖਣਾ। ਅਸਲੀ ਮਤਲਬ ਸ਼ੁੱਧ ਚਾਂਦੀ ਦਾ ਜਿਹੜਾ ਰੁਪਈਆ, ਇਹ ਕਿਹਨੇ ਚਲਾਇਆ ਸੀ? ਅਕਬਰ ਮਹਾਨ ਨੇ, ਮਹਾਰਾਜਾ ਰਣਜੀਤ ਸਿੰਘ ਨੇ, ਜਾਂ ਫਿਰ ਬੰਦਾ ਸਿੰਘ ਬਹਾਦਰ ਨੇ? ਚਲੋ ਕਰ ਲਓ ਵੀ ਜਲਦੀ, ਸੰਗ ਸੁੱਕ ਕੇ ਬੋਲ ਕੇ ਗਰਮੀ ਕਾਫੀ ਆ, ਪੱਖਾ ਵੀ ਬੰਦ ਕਰਨਾ ਪਿਆ। ਇਹ ਤੁਸੀਂ ਜਾਣਦੇ ਹੋ ਰੁਪਈਏ ਦਾ ਸੰਬੰਧ ਦਾ, ਇਹ ਸੰਬੰਧ ਆ ਰੁਪਈਏ ਦਾ ਸ਼ੇਰਸ਼ਾਹ ਸੂਰੀ ਦੇ ਨਾਲ।
ਅਲਾਉਦੀਨ ਖਿਲਜੀ ਦੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਇਹ ਪ੍ਰਸ਼ਨ ਆਏਗਾ ਹੀ ਆਏਗਾ ਤੁਹਾਨੂੰ, ਬਹੁਤ ਵਾਰ ਆਇਆ ਇਹ ਪ੍ਰਸ਼ਨ, ਕਈ ਵਾਰ ਲੁਕਿਆ ਛਿਪਿਆ ਰਹਿ ਜਾਂਦਾ, ਕਾਫੀ ਵਾਰ ਬੰਦੇ ਤਿਆਰੀ ਕਰਦੇ ਆ ਵਿਦਿਆਰਥੀ, ਪਰ ਫਿਰ ਵੀ ਕੁਝ ਪ੍ਰਸ਼ਨ ਲੁਕੇ ਰਹਿ ਜਾਂਦੇ ਆ ਜਾਂ ਉਹ ਪੜ੍ਹ ਜਾਂਦੇ ਆ, ਚੇਤ ਮਨ ਦੇ ਵਿੱਚ ਪਿਆ ਹੁੰਦਾ ਪਰ ਯਾਦ ਨਹੀਂ ਆਉਂਦਾ। ਹੁਣ ਤੁਹਾਡੇ ਲਈ ਇਹ ਨਵਾਂ ਹੋਏਗਾ ਸਵਾਲ। ਦੇਖਣਾ ਕਿੰਨੇ ਪ੍ਰਸ਼ਨ ਤੁਹਾਡੇ ਆ ਜਿਹੜੇ ਗਲਤ ਗਏ ਆ, ਲਗਭਗ 78 ਦੇ ਕਰੀਬ ਆਪਣੇ ਪ੍ਰਸ਼ਨ ਸੀਗੇ। ਜੇ ਕਿਸੇ ਦੇ 40-45 ਵੀ ਗਲਤ ਗਏ, ਉਹ ਵੀ 40-45 ਦੱਸ ਦੇਣਾ, ਇਹ ਨਾ ਹੋਏ ਦੱਸੋ ਨਾ ਤੁਸੀਂ, ਫਿਰ ਆਪਾਂ ਨੂੰ ਪਤਾ ਲੱਗ ਜਾਏਗਾ। ਅਲਾਉਦੀਨ ਖਿਲਜੀ ਦੇ ਸਮੇਂ ਪੰਜਾਬ ਦਾ ਜੋ ਗਵਰਨਰ ਸੀ ਉਹ ਸੀ ਗਿਆਸੁਦੀਨ ਤੁਗਲਕ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਕਿਤਾਬਾਂ ਪੁੱਛਦੇ ਰਹਿੰਦੇ ਆ ਵਿਦਿਆਰਥੀ ਕਾਫੀ ਕਮੈਂਟਾਂ ਦੇ ਵਿੱਚ। ਲੂਸੈਂਟ ਦੀ ਕਿਤਾਬ, ਇੱਕ ਅਰੀਹੰਤ ਦੀ ਕਿਤਾਬ ਆ, ਇੱਕ ਰਾਜਨੀਤੀ ਨਾਲ ਸੰਬੰਧਿਤ ਲੂਸੈਂਟ ਦੀ ਕਿਤਾਬ ਵੀ ਆਉਂਦੀ ਆ। ਠੀਕ ਆ, ਲక్ష్ਮੀਕਾਂਤ ਦੀ ਕਿਤਾਬ ਆਉਂਦੀ ਹੈ ਪੋਲੀਟੀਕਲ ਦੀ। ਸਵਰਨ ਦੀ ਕਿਤਾਬ ਤਾਂ ਪੜ੍ਹ ਹੀ ਲੈਣਾ, ਹਿਸਟਰੀ ਦੇ ਲਈ ਕਾਫੀ ਕੰਮ ਕਰਦੀ ਹੈ ਸਵਰਨ ਦੀ ਕਿਤਾਬ। ਅਤੇ ਪੰਜਾਬ ਦਾ ਇਤਿਹਾਸ BA ਫਸਟ ਈਅਰ ਵਿੱਚ ਮਿਲ ਜਾਂਦਾ ਆਪਾਂ ਨੂੰ, 12ਵੀਂ ਵਿੱਚ ਵੀ ਮਿਲ ਜਾਂਦਾ। ਬਾਕੀ ਵੀਡੀਓ ਦੇ ਵਿੱਚ ਲਗਭਗ ਕਿਤਾਬਾਂ ਦੇ ਵਿੱਚੋਂ ਪ੍ਰਸ਼ਨ ਤਿਆਰ ਕਰਕੇ ਵੀਡੀਓ ਤਿਆਰ ਕੀਤੀ ਗਈ ਆ। ਪੋਲੀਟੀਕਲ ਦੇ, ਪੰਜਾਬ ਦੇ ਇਤਿਹਾਸ ਦੇ ਸਾਰੇ ਹੀ ਪ੍ਰਸ਼ਨ ਪਏ ਆ, ਅਤੇ ਹਰ ਵਿਸ਼ੇ ਦੇ 100 ਦੇ ਕਰੀਬ ਸਵਾਲ ਪਏ ਆ। ਉਹ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ, ਟੈਸਟ ਵੀ ਕਰ ਲੈਣਾ, ਸਾਂਝੇ ਵੀ ਟੈਸਟ ਕੀਤੇ ਹੋਏ ਆ ਰਾਜਨੀਤੀ ਦੇ ਅਤੇ ਪੋਲੀਟੀਕਲ ਦੇ। ਉਹਦੇ ਵਿੱਚ ਤੁਹਾਡਾ ਨਾਂ ਵਾਲਾ ਤਾਂ 2-2.5 ਹਜ਼ਾਰ ਪ੍ਰਸ਼ਨ ਹੋ ਜਾਏਗਾ। ਅਤੇ BA ਦੇ ਵਿੱਚ ਜਿਹੜੀਆਂ AC ਅਰੋੜਾ ਦੀਆਂ ਕਿਤਾਬਾਂ ਜਿਹੜੀਆਂ, ਉਹਨਾਂ ਨੂੰ ਤੁਸੀਂ ਕਰ ਲੈਣਾ, ਉਹਨਾਂ ਦੇ ਵਿੱਚ ਚੰਗੀ ਬਰੀਕੀ ਦੇ ਵਿੱਚ ਜਾਣਕਾਰੀ ਮਿਲ ਜਾਂਦੀ ਹੈ ਆਪਾਂ ਨੂੰ। ਅਤੇ ਇਕੱਲੇ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਲੱਭ ਲਈਦੇ ਹੁੰਦੇ ਆ। ਅਸ਼ੋਕ ਆ, ਪਤਾ ਆਪਾਂ ਨੂੰ ਅਸ਼ੋਕ ਦਾ ਸਵਾਲ ਆ ਜਾਂਦਾ, ਮਹਾਰਾਜਾ ਰਣਜੀਤ ਸਿੰਘ ਦਾ ਆ ਜਾਂਦਾ। ਠੀਕ ਹੈ, ਲਾਹੌਰ ਦੇ ਉੱਪਰ ਕੋਈ ਨਾ ਕੋਈ ਪ੍ਰਸ਼ਨ ਆ ਜਾਂਦਾ, ਮਿਸਲਾਂ ਦੇ ਉੱਪਰ ਪ੍ਰਸ਼ਨ ਆ ਜਾਂਦਾ, ਮੁਗਲ ਸਾਮਰਾਜ ਉੱਪਰ ਸਵਾਲ ਆਏਗਾ ਹੀ ਆਏਗਾ। ਤਾਂ ਉਸੇ ਨੂੰ ਗੂਗਲ ਦੇ ਵਿੱਚ ਸਰਚ ਕਰ ਲਈਦਾ ਹੁੰਦਾ ਚੰਗੀ ਤਰ੍ਹਾਂ। ਪੰਜਾਬੀ ਵਿੱਚ ਜਾਣਕਾਰੀ ਘੱਟ ਮਿਲਦੀ ਹੈ, ਹਿੰਦੀ ਦੇ ਵਿੱਚ ਕਰ ਲਿਆ ਕਰੋ, ਹਿੰਦੀ ਦੇ ਵਿੱਚ ਪੜ੍ਹ ਲੈਣਾ ਚਾਹੀਦਾ ਉਸਨੂੰ। ਅਤੇ ਅਰੀਹੰਤ ਦੀ ਕਿਤਾਬ ਜਿਹੜੀ ਬਹੁਤ ਜ਼ਿਆਦਾ ਔਖੀ ਕਿਤਾਬ ਆ, ਪਰ ਅਰੀਹੰਤ ਦੀ ਕਿਤਾਬ ਜੇਕਰ ਤੁਸੀਂ ਪੜ੍ਹ ਲਵੋ, ਇੱਕ ਪੇਜ ਉਹਦਾ ਹਰ ਰੋਜ਼ ਪੜ੍ਹ ਲਿਆ ਕਰੋ ਚੰਗੀ ਤਰ੍ਹਾਂ, ਤਾਂ ਕੋਈ ਕਿਸੇ ਵੀ ਪੇਪਰ ਵਿੱਚ ਬੈਠ ਸਕਦੇ ਹੋ ਤੁਸੀਂ। ਇੰਨੀ ਵਧੀਆ ਕਿਤਾਬ ਆ ਉਹ ਅਰੀਹੰਤ ਦੀ। ਠੀਕ ਹੈ, ਬਾਕੀ ਆਪਾਂ ਬਾਅਦ 'ਚ ਦੇਖਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।